ਅਗਰ ਅਸੀਂ ਚਾਹੀਏ ਵੀ ਤੇ ਗੁਰੂ ਸਾਹਿਬਾਂ ਦੀ ਜੀਵਨੀ ਜਿੱਦਾਂ ਰਾਮਾਇਣ ਮਹਾਭਾਰਤ ਆਪਾਂ ਵੇਖਦੇ ਹਾਂ ਕੈਰੈਕਟਰਸ ਆਰਟਿਸਟ ਪੋਰਟਰੇ ਕਰ ਸਕਦੇ ਨੇ ਲੇਕਿਨ ਸਾਡੇ ਇੱਥੇ ਰਹਿਤ ਮਰਿਆਦਾ ਇੱਕ ਸੋਚ ਹੈ ਕਿ ਗੁਰੂ ਸਾਹਿਬ ਵਰਗਾ ਕੌਣ ਕੈਰੈਕਟਰ ਪਲੇ ਕਰ ਸਕਦਾ ਹੈ। ਉਹਨਾਂ ਦੀ ਆਵਾਜ਼ ਵੀ ਕਿਸੇ ਨੂੰ ਦੇ ਦਈਏ ਹੈ ਕਹਿ ਕੇ ਕਿ ਇਹ ਗੁਰੂ ਗੋਬਿੰਦ ਸਿੰਘ ਜੀ ਦੀ ਆਵਾਜ਼ ਹੈ ਮਤਲਬ ਉਹ ਫਿਲਮਸ ਦੇ ਰਾਹੀਂ ਜਾਂ ਕਿਸੇ ਸੀਰੀਅਲ ਦੇ ਰਾਹੀਂ ਕਰਨਾ ਇੰਨਾ ਸੌਖਾ ਨਹੀਂ ਹੈ। ਸੈਂਡ ਆਰਟ ਇੱਕ ਐਸਾ ਜ਼ਰੀਆ ਸੀਗਾ ਕਿ ਕੈਪਟੀਵੇਟਿੰਗ ਹੋਣਾ ਬਹੁਤ ਜ਼ਰੂਰੀ ਹੈ। ਇਹੀ ਥਾਟ ਕਿਉਂ ਧਰਮ ਦੇ ਨੂੰ ਇਸ ਤਰੀਕੇ ਦੇ ਨਾਲ ਬੱਚਿਆਂ ਨੂੰ ਦੱਸਣਾ ਅਗਲੀ ਜਨਰੇਸ਼ਨ ਨੂੰ ਦੱਸਣਾ ਇਹੀ ਕਿਉਂ? ਆਈ ਫੈਲਟ ਵੈਰੀ ਹੈਪੀ ਕਿ ਚਲੋ ਰੱਬ ਨੇ ਮੇਰੇ ਹੱਥੋਂ ਥੋੜੀ ਜਿਹੀ ਸੇਵਾ ਕਰਾਈ ਤੇ ਕਿੱਥੋਂ ਪਹੁੰਚਿਆ। ਸਰਵਨ ਔਰ ਬੰਗਾਲ ਦੇ ਸਾਡੇ ਬਾਦਲ ਬਰਈ ਆਰਟਿਸਟ ਆਏ ਮਨੀਸ਼ਾ ਸਰਵਾਕਰ ਸ਼ੀ ਇਜ਼ ਮਰਾਠੀ। ਸਭ ਤੋਂ ਪਹਿਲਾਂ ਤੇ ਉਹ ਕਹਿੰਦੇ ਸਾਨੂੰ ਪਤਾ ਹੀ ਨਹੀਂ ਸੀ ਸਿੱਖਾਂ ਨੇ ਇੰਨਾ ਕੁਝ ਕੀਤਾ। ਕਹਿੰਦੇ ਆ ਕਿ ਲੋਕੀ ਤੇ ਵੇਟ ਕਰਦੇ ਨੇ ਕਿ ਕੋਈ ਗ੍ਰਿਫਤਾਰੀਆਂ ਕਰਨ ਆਉਣ ਤੇ ਗੁਰੂ ਸਾਹਿਬ ਤਾਂ ਆਪੇ ਚੱਲ ਕੇ ਗਏ ਨੇ। ਜੇ ਗੁਰੂ ਤੇਗ ਬਹਾਦਰ ਸਾਹਿਬ ਉਹ ਨਹੀਂ ਕਰਦੇ ਤਾਂ ਕੀ ਉਹ ਆਜ਼ਾਦੀ ਮਿਲ ਪਾਣੀ ਸੀ? ਜਦ ਗੁਰੂ ਤੇਗ ਬਹਾਦਰ ਸਾਹਿਬ ਦਾ ਆਡੀਓ ਟਰੈਕ ਮੈਨੂੰ ਬਾਹਰ ਨਿਕਲ ਕੇ ਜੋ ਗਵਰਨਮੈਂਟ ਦੇ ਟੌਪ ਆਫਿਸਰਸ ਨੇ ਮੇਰੇ ਸਿਰ ਤੇ ਹੱਥ ਰੱਖਿਆ ਕਹਿੰਦੇ ਕਿ ਤੁਸੀਂ ਕਮਾਲ ਕਰਤਾ ਹੈ। ਗਵਰਨਮੈਂਟਸ ਜਿਹੜੇ ਆ ਉਹਨਾਂ ਨੂੰ ਇਦਾਂ ਦੇ ਐਫਰਟਸ ਕਰਨੇ ਚਾਹੀਦੇ ਆ ਜਾਂ ਬਾਕੀ ਗਵਰਨਮੈਂਟਸ ਨੂੰ ਵੀ ਕਰਨੇ ਚਾਹੀਦੇ ਆ? ਗੁਰੂ ਸਾਹਿਬਾਂ ਦੀ ਬਾਣੀ 'ਚ ਬਹੁਤ ਪਾਵਰ ਹੈ। ਗੁਰੂ ਸਾਹਿਬ ਦੀ ਬਾਣੀ ਅਸੀਂ ਬਚਪਨ ਤੋਂ ਸੁਣਦੇ ਆਏ ਹਾਂ ਭਾਵੇਂ ਮਾਛੀਵਾੜੇ ਦੀ ਧਰਤੀ ਦੇ ਅਸੀਂ ਦਰਸ਼ਨ ਸਿੰਘ ਰਾਗੀ ਸਾਹਿਬ ਦੇ ਬਚਪਨ ਵਿੱਚ ਮਾਤਾ ਸੁੰਦਰੀ ਪੁੱਛੇ ਵਾਜਾਂ ਵਾਲਿਓ ਮੇਰੇ ਲਾਲ ਪਿਆਰੇ ਉਹ ਜੋ ਸ਼ਬਦ ਅਸੀਂ ਬਚਪਨ ਤੋਂ ਸੁਣਦੇ ਆਏ ਹਾਂ। ਮੈਂ ਕਦੀ ਮੈਨੀਫੈਸਟ ਨਹੀਂ ਕੀਤਾ ਆਈ ਡੋਂਟ ਡੂ ਇਟ ਬਟ ਮੈਨੂੰ ਲੱਗਦਾ ਹੈ ਕਿ ਅਸੀਂ ਕਈ ਵਾਰੀ ਨਾ ਅਨਾਯਾਸ ਕਈ ਚੀਜ਼ਾਂ ਸੋਚਦੇ ਹਾਂ ਇਮੈਜਿਨ ਕਰਦੇ ਹਾਂ ਉੱਦਾਂ ਹੁੰਦੀਆਂ ਨੇ। ਨੀਅਤ ਕਹਿੰਦੇ ਨੇ ਸੋਚ ਵੀ ਮਾੜੀ ਨਹੀਂ ਰੱਖਣੀ ਚਾਹੀਦੀ। ਕਰਮ ਤਾਂ ਬਾਅਦ ਦੀ ਗੱਲ ਹੈ, ਕਰਮ ਤਾਂ ਬਾਅਦ ਵਿੱਚ ਹੁੰਦਾ ਪਹਿਲੇ ਸੋਚ ਆਉਂਦੀ ਹੈ। ਜੇ ਤੁਸੀਂ ਸੋਚ ਚੰਗੀ ਰੱਖਦੇ ਹੋ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਜਗਬਾਣੀ, ਮੈਂ ਜਤਿੰਦਰ ਸਿੰਘ ਖਹਿਰਾ। ਕਈ ਵਾਰ ਕੁਝ ਚੀਜ਼ਾਂ ਨੂੰ ਘੜ ਕੇ ਤੇ ਮੋਹਰੇ ਲਿਆ ਕੇ ਦਿਖਾਉਣਾ ਬਹੁਤ ਟਫ ਹੋ ਜਾਂਦਾ ਹੈ, ਖਾਸ ਕਰਕੇ ਉਦੋਂ ਜਦੋਂ ਉਹਦੇ ਪਿੱਛੇ ਐਡੀ ਵੱਡੀ ਸ਼ਖਸੀਅਤ ਹੋਵੇ ਜਾਂ ਫਿਰ ਮਾਇਨਾਜ਼ ਹਸਤੀਆਂ ਜਿਨ੍ਹਾਂ ਨੇ ਧਰਮ ਦੇ ਲਈ ਬਹੁਤ ਕੁਛ ਕੀਤਾ ਹੋਵੇ। ਪਿੱਛੇ ਜਿਹੇ ਹਰਿਆਣਾ ਗਵਰਨਮੈਂਟ ਨੇ 350 ਸਾਲਾ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਜਿਹੜਾ ਆ ਉਹਦੇ ਉੱਤੇ ਪ੍ਰੋਗਰਾਮ ਕੀਤਾ। ਉਸ ਪ੍ਰੋਗਰਾਮ ਦੇ ਵਿੱਚ ਕੱਲੀ ਚੀਜ਼ ਦੇ ਉੱਤੇ ਡਿਟੇਲਿੰਗ ਕੀਤੀ ਗਈ। ਉਹਨਾਂ ਦਾ ਜਿਹੜਾ ਸੈਂਡ ਆਰਟ ਸੀਗਾ ਉਸ ਨੂੰ ਪੰਜਾਬ ਨਹੀਂ, ਹਰਿਆਣਾ ਨਹੀਂ, ਪੂਰੇ ਜਿੱਥੇ ਸਿੱਖ ਰਹਿੰਦੇ ਨੇ ਪੂਰੀ ਦੁਨੀਆ ਦੇ ਵਿੱਚ ਉਸ ਨੂੰ ਸਰਾਇਆ ਗਿਆ। ਪ੍ਰਦਰਸ਼ਨੀ ਨੂੰ ਦੇਖ ਕੇ ਇੱਦਾਂ ਲੱਗਦਾ ਸੀ ਕਿ ਵਾਕਈ ਹਰਿਆਣਾ ਵਾਲਿਆਂ ਨੇ ਕੁਝ ਕਰਕੇ ਦਿਖਾਇਆ। ਔਰ ਇਹ ਗੱਲ ਸਿਰਫ ਇਹ ਨਹੀਂ ਹੈ, ਮੈਂ ਜਿੱਥੇ ਹੁਣ ਬੈਠਾ ਹਾਂ ਉਹ ਸਾਰੀ ਚੀਜ਼ਾਂ ਨੂੰ ਐਗਜ਼ੀਕਿਊਟ ਕਰਨ ਵਾਲੀ ਕੁੜੀ ਮੇਰੇ ਨਾਲ ਹੈ, ਨਿਮੀ ਸਿੰਘ ਹੈ। ਔਰ ਪਿੱਛੇ ਸੋਚ ਕੀ ਸੀ, ਇਹ ਕਿਵੇਂ ਚੱਲਦਾ, ਸਭ ਕੁਝ ਅਸੀਂ ਡਿਸਕਸ ਕਰਾਂਗੇ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਹੈ? ਬਿਲਕੁਲ ਠੀਕ ਜੀ, ਤੁਸੀਂ ਸੁਣਾਓ? ਮੈਂ ਵੀ ਠੀਕ ਹਾਂ। ਅੱਛਾ, ਜਦੋਂ ਅਸੀਂ ਗੱਲ ਕਰਦੇ ਹਾਂ ਹੁਣ ਕਿਉਂਕਿ ਸ਼ਹੀਦੀ ਸਭਾ ਲੰਘ ਕੇ ਗਈ ਸ੍ਰੀ ਫਤਿਹਗੜ੍ਹ ਸਾਹਿਬ ਦੀ, ਤੇ ਮੈਨੂੰ ਉੱਥੇ ਪਤਾ ਲੱਗਿਆ ਵੀ ਉਹ ਜਿਹੜੀਆਂ ਪ੍ਰਦਰਸ਼ਨੀਆਂ ਨੇ ਜਿਹੜੀਆਂ ਅਸੀਂ ਦੇਖ ਰਹੇ ਹਾਂ ਇੰਟਰਨੈਟ ਦੇ ਉੱਤੇ, ਸੈਂਡ ਆਰਟ ਦੇਖ ਰਹੇ ਹਾਂ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦਾ, ਉਹਨਾਂ ਦੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ, ਉਹਦੇ ਪਿੱਛੇ ਜਿਹੜੀ ਡਿਟੇਲਿੰਗ ਹੈ, ਜਿਹੜਾ ਕਨਸੈਪਟ ਹੈ ਔਰ ਜਿਸ ਨੂੰ ਐਗਜ਼ੀਕਿਊਟ ਕੀਤਾ ਉਹ ਤੁਸੀਂ ਹੋ। ਅੱਛਾ, ਇਹ ਸਭ ਤੋਂ ਪਹਿਲਾਂ ਤਾਂ ਇਹੀ ਥਾਟ ਕਿਉਂ ਧਰਮ ਦੇ ਨੂੰ ਇਸ ਤਰੀਕੇ ਦੇ ਨਾਲ ਬੱਚਿਆਂ ਨੂੰ ਦੱਸਣਾ ਅਗਲੀ ਜਨਰੇਸ਼ਨ ਨੂੰ ਦੱਸਣਾ ਇਹੀ ਕਿਉਂ? ਦੇਖੋ ਇਹ ਤਾਂ ਬਹੁਤ ਜ਼ਰੂਰੀ ਗੱਲ ਹੈ ਕਿ ਧਰਮ ਔਰ ਸਾਡੇ ਗੁਰੂ ਸਾਹਿਬਾਂ ਨੇ ਜੋ ਸ਼ਹਾਦਤ ਦਿੱਤੀ ਹੈ, ਸਿਰਫ ਸ਼ਹਾਦਤ ਨਹੀਂ, ਮੈਨੂੰ ਤਾਂ ਲੱਗਦਾ ਜੋ ਸਿੱਖ ਕੌਮ ਦੀ ਸ਼ੁਰੂਆਤ ਜੋ ਥਾਟ ਜੋ ਫਿਲੋਸਫੀ ਗੁਰੂ ਨਾਨਕ ਸਾਹਿਬ ਜੀ ਤੋਂ ਸ਼ੁਰੂ ਹੋਈ ਹੈ ਦੁਨੀਆ ਜਾਣਦੀ ਹੈ, ਪਤਾ ਚੱਲਣਾ ਚਾਹੀਦਾ ਹੈ। ਕਾਫੀ ਫੋਲੋਵਰਸ ਨੇ ਲੇਕਿਨ ਜੇ ਸ਼ਹਾਦਤ ਦੀ ਗੱਲ ਕਰੀਏ ਬਹੁਤ ਵੱਡੀ ਸ਼ਹਾਦਤ ਹੈ। ਸਾਡੇ ਆਨਰੇਬਲ ਹੋਮ ਮਿਨਿਸਟਰ ਸਰ ਨੇ ਵੀ ਕਿਹਾ ਕਿ ਜੇ ਗੁਰੂ ਤੇਗ ਬਹਾਦਰ ਸਾਹਿਬ ਜੀ ਸ਼ਹਾਦਤ ਨਾ ਦਿੰਦੇ ਤੇ ਅੱਜ ਸ਼ਾਇਦ ਹਿੰਦੁਸਤਾਨ ਨਾ ਹੁੰਦਾ। ਵਾਕਈ ਨਵੀਂ ਜਨਰੇਸ਼ਨ ਜੋ ਜਨਰੇਸ਼ਨ ਅੱਜ ਕੱਲ੍ਹ ਜੈਨ ਜ਼ੀ ਕਹਿੰਦੇ ਆ ਬਹੁਤ ਬਿਜ਼ੀ ਹੈ,
ਮੋਬਾਈਲ ਤੇ ਹਰ ਚੀਜ਼ ਦਾ ਪੋਜ਼ਿਟਿਵ ਨੈਗੇਟਿਵ ਹੁੰਦਾ ਹੈ। ਮੋਬਾਈਲ ਤੇ ਬਿਜ਼ੀ ਨੇ, ਮੋਬਾਈਲ ਦੇ ਰਾਹੀਂ ਹੀ ਵੇਖ ਲੈਣ। ਜੇ ਨੈਟ ਤੇ ਪਈ ਹੈ, ਤੁਹਾਡੇ ਵਰਗੇ ਚੈਨਲਸ ਨੇ ਟੈਲੀਕਾਸਟ ਕੀਤੀ ਹੈ, ਪੂਰਾ ਦਾ ਪੂਰਾ ਲਾਈਵ ਸ਼ੋਅ ਟੈਲੀਕਾਸਟ ਕੀਤਾ ਹੈ। ਜੋ ਲਾਈਵ ਇਵੈਂਟ ਸੀਗਾ ਆਨਰੇਬਲ ਪ੍ਰਾਈਮ ਮਿਨਿਸਟਰ ਸਰ ਉੱਥੋਂ ਦੀ ਵਾਕ ਥਰੂ ਕੀਤਾ, ਉਹ ਪੂਰਾ ਦਿਸਦਾ ਪਿਆ ਹੈ। ਔਰ ਸੈਂਡ ਆਰਟ ਇੱਕ ਐਸਾ ਜ਼ਰੀਆ ਸੀਗਾ ਕਿ ਕੈਪਟੀਵੇਟਿੰਗ ਹੋਣਾ ਬਹੁਤ ਜ਼ਰੂਰੀ ਹੈ। ਜਿਵੇਂ ਐਜ਼ ਅ ਫਿਲਮ ਮੇਕਰ ਅਗਰ ਅਸੀਂ ਚਾਹੀਏ ਵੀ ਤੇ ਗੁਰੂ ਸਾਹਿਬਾਂ ਦੀ ਜੀਵਨੀ, ਜਿੱਦਾਂ ਰਾਮਾਇਣ ਮਹਾਭਾਰਤ ਆਪਾਂ ਵੇਖਦੇ ਹਾਂ, ਕੈਰੈਕਟਰਸ ਆਰਟਿਸਟ ਪੋਰਟਰੇ ਕਰ ਸਕਦੇ ਨੇ, ਲੇਕਿਨ ਸਾਡੇ ਇੱਥੇ ਰਹਿਤ ਮਰਿਆਦਾ ਇੱਕ ਸੋਚ ਹੈ ਕਿ ਗੁਰੂ ਸਾਹਿਬ ਵਰਗਾ ਕੌਣ ਕੈਰੈਕਟਰ ਪਲੇ ਕਰ ਸਕਦਾ ਹੈ। ਇਸ ਤਰ੍ਹਾਂ ਕੋਈ ਹੋਇਆ ਹੀ ਨਹੀਂ। ਮੇਰੇ ਖਿਆਲ ਨਾਲ ਇਹੀ ਸੋਚ ਹੋਏਗੀ ਕਿ ਉਹਨਾਂ ਦੀ ਆਵਾਜ਼ ਵੀ ਕਿਸੇ ਨੂੰ ਦੇ ਦਈਏ, ਕਹਿ ਕੇ ਕਿ ਇਹ ਗੁਰੂ ਗੋਬਿੰਦ ਸਿੰਘ ਜੀ ਦੀ ਆਵਾਜ਼ ਹੈ। ਮਤਲਬ ਉਹ ਫਿਲਮਸ ਦੇ ਰਾਹੀਂ ਜਾਂ ਕਿਸੇ ਸੀਰੀਅਲਸ ਦੇ ਰਾਹੀਂ ਕਰਨਾ ਇੰਨਾ ਸੌਖਾ ਨਹੀਂ ਹੈ। ਮੈਨੂੰ ਲੱਗਿਆ ਕਿ ਸੈਂਡ ਆਰਟ ਇਜ਼ ਵਨ ਆਰਟ ਜਿੱਥੇ ਕਿਸੇ ਨੂੰ ਕੋਈ ਆਬਜੈਕਸ਼ਨ ਨਹੀਂ ਹੋਏਗਾ। ਰੇਤ ਦੇ ਰਾਹੀਂ ਆਕ੍ਰਿਤੀਆਂ ਬਣਾਈਆਂ ਜਾਂਦੀਆਂ ਨੇ। ਆਰਟਿਸਟ ਜਿਹਦੇ ਵਿੱਚ ਹੁਨਰ ਹੈ, ਸਰਵਮ ਪਟੇਲ, ਮਨੀਸ਼ਾ, ਸਾਡੇ 3-4 ਆਰਟਿਸਟ ਨੇ ਨੈਸ਼ਨਲ ਇੰਟਰਨੈਸ਼ਨਲ ਲੈਵਲ ਦੇ। ਤੇ ਸਭ ਤੋਂ ਪਹਿਲਾਂ ਅਸੀਂ ਗੁਰੂ ਨਾਨਕ ਸਾਹਿਬ ਜੀ ਦੇ 550 ਸਾਲ ਤੇ ਹਰਿਆਣਾ ਸਰਕਾਰ ਦੇ ਲਈ ਹੀ ਅਸੀਂ ਗੁਰੂ ਸਾਹਿਬ ਦੀ ਜੀਵਨੀ ਨੂੰ ਸੈਂਡ ਆਰਟ ਦੇ ਰਾਹੀਂ ਸਰਸਾ ਵਿੱਚ ਵਿਖਾਉਣ ਦੀ ਕੋਸ਼ਿਸ਼ ਕੀਤੀ। ਔਰ ਮੈਂ ਤੇ ਥੈਂਕਸ ਕਰਨਾ ਚਾਹਾਂਗੀ ਹਰਿਆਣਾ ਗਵਰਨਮੈਂਟ ਦਾ ਵੀ ਕਿ ਉਹਨਾਂ ਨੇ ਇੱਕ ਨਵੇਂ ਇਨੋਵੇਟਿਵ ਆਈਡੀਆ ਨੂੰ ਐਗਜ਼ੀਕਿਊਟ ਕਰਨ ਲਈ ਸਾਡੇ ਤੇ ਟਰਸਟ ਕੀਤਾ। ਅੱਛਾ, ਇੱਕ ਇਹ ਵੀ ਚੀਜ਼ ਆ ਵੀ ਚੈਲੰਜ ਬਹੁਤ ਹੁੰਦਾ ਆ। ਜਿਵੇਂ ਤੁਸੀਂ ਦੱਸਦੇ ਸੀ ਵੀ ਸਾਡਾ ਸੈਂਡ ਆਰਟਿਸਟ ਜਿਹੜਾ ਸੀ ਮਰਾਠੀ ਆ, ਹਾਂਜੀ, ਤੇ ਉਹਨੂੰ ਇਹ ਸਭ ਕੁਝ ਦੱਸਣਾ, ਉਹਨੂੰ ਉਨੇ ਕੰਪੈਸ਼ਨ ਇਮੋਸ਼ਨ ਦੇ ਨਾਲ ਦੱਸਣਾ ਜੀ, ਇਹ ਵੀ ਬੜਾ ਔਖਾ ਸੀਗਾ। ਜਾਂ ਕਿਉਂਕਿ ਸਾਡੇ ਚ ਅੰਦਰ ਹੈ ਇਮੋਸ਼ਨ, ਜਦੋਂ ਅਸੀਂ ਸ਼ਹਾਦਤ ਦੀ ਗੱਲ ਕਰਦੇ ਹਾਂ, ਸਰਹੰਦ ਦੀ ਗੱਲ ਕਰਦੇ ਹਾਂ, ਫਤਿਹਗੜ੍ਹ ਸਾਹਿਬ ਦੀ ਕਰਦੇ, ਸਾਡਾ ਇਮੋਸ਼ਨ ਬਾਹਰ ਆ ਜਾਂਦਾ ਜੀ। ਤੇ ਉਹਨੂੰ ਕਿਦਾਂ ਦਾ ਲੱਗਿਆ ਜਦੋਂ ਤੁਸੀਂ ਦੱਸਿਆ ਵੀ ਇਹ ਇਦਾਂ ਇਦਾਂ ਹੈ? ਨਹੀਂ, ਸਭ ਤੋਂ ਪਹਿਲਾਂ ਤੇ ਉਹ ਕਹਿੰਦੇ ਸਾਨੂੰ ਪਤਾ ਹੀ ਨਹੀਂ ਸੀ, ਕਹਿੰਦੇ ਸਾਨੂੰ ਪਤਾ ਹੀ ਨਹੀਂ ਸੀ ਸਿੱਖਾਂ ਨੇ ਇੰਨਾ कुछ ਕੀਤਾ। सर्वम पटेल कहना मुझे पता ही नहीं था कि सिखों ने इतना बड़ा सेक्रीफाइस किया, हमें पता ही नहीं है। और आपने जब ये स्क्रिप्ट भेजी, क्योंकि स्क्रिप्ट मैं कल्ले नहीं लिखी, टीम है विचे दोहे विचे पोइट्री असी पाई है। गुरु साहबां दी बाणी च बहुत पावर है। गुरु साहब ਦੀ ਬਾਣੀ ਅਸੀਂ ਬਚਪਨ ਤੋਂ ਸੁਣਦੇ ਆਏ ਹਾਂ, ਭਾਵੇਂ ਮਾਛੀਵਾੜੇ ਦੀ ਧਰਤੀ ਦੇ ਅਸੀਂ ਦਰਸ਼ਨ ਸਿੰਘ ਰਾਗੀ ਸਾਹਿਬ ਦੇ ਬਚਪਨ ਵਿੱਚ ਮਾਤਾ ਸੁੰਦਰੀ ਪੁੱਛੇ ਵਾਜਾਂ ਵਾਲਿਓ ਮੇਰੇ ਲਾਲ ਪਿਆਰੇ, ਇਹੋ ਜਿਹੇ ਸ਼ਬਦ ਅਸੀਂ ਬਚਪਨ ਤੋਂ ਸੁਣਦੇ ਆਏ ਹਾਂ। ਲੇਕਿਨ ਅਸੀਂ ਕੋਸ਼ਿਸ਼ ਕੀਤੀ ਕਿ ਅਸੀਂ ਜਦ ਸੈਂਡ ਆਰਟ ਕਰੀਏ ਤੇ ਅਸੀਂ ਕੁਝ ਨਵੀਂ ਪੋਇਟਰੀ, ਸਾਡੇ ਰਾਈਟਰ, ਸਾਡੀ ਟੀਮ ਆਪਣੀ ਫੀਲਿੰਗਸ ਉਹਦੇ ਵਿੱਚ ਪਿਰੋ ਪਾਉਣ, ਤੇ ਅਸੀਂ ਸ਼ਬਦ ਨਾ ਯੂਜ਼ ਕਰਕੇ ਉਹਦੇ ਅੰਦਰ ਅਸੀਂ ਪੋਇਟਰੀ ਪਾਈ ਤੇ ਉਹ ਪੂਰੇ ਦਾ ਪੂਰਾ ਮਿਊਜ਼ੀਕਲ ਆਡੀਓ ਟਰੈਕ ਤਿਆਰ ਕੀਤਾ। ਇੱਦਾਂ ਨਹੀਂ ਸੀਗਾ ਕਿ ਸਿਰਫ ਸਟੋਰੀ ਸ਼ੁਰੂ ਹੋਈ, ਅਸੀਂ 11 ਨਵੰਬਰ 1975 ਤੋਂ ਸ਼ੁਰੂ ਹੋਏ ਹਾਂ, ਜਾਂ ਫਿਰ ਆਪਾਂ ਗੁਰੂ ਤੇਗ ਬਹਾਦਰ ਸਾਹਿਬ ਤੋਂ ਸ਼ੁਰੂ ਹੋਏ ਹਾਂ, ਹਰਗੋਬਿੰਦ ਸਾਹਿਬ ਜੀ ਦੇ ਘਰ ਕਿੱਦਾਂ ਪੈਦਾ ਹੋਏ। ਅਸੀਂ ਜੋ ਵੀ ਗੱਲਾਂ ਕੀਤੀਆਂ, ਜੋ ਵੀ ਉਹਨਾਂ ਦੇ ਜ਼ਿੰਦਗੀ ਦੇ ਬਾਰੇ ਜਿਹੜੇ ਪੜਾਵਾਂ ਦੀ ਗੱਲ ਕੀਤੀ, ਅਸੀਂ ਨਾਲੋਂ ਨਾਲ ਥੋੜ੍ਹਾ ਜਿਹਾ ਮਿਊਜ਼ੀਕਲ ਉਹਦੇ ਅੰਦਰ ਥੋੜ੍ਹਾ ਰੂਹਾਨੀਅਤ ਪੈ ਜਾਏ ਤੇ ਉਹ ਪੋਇਟਰੀ ਰਾਈਟਰਸ ਨੇ ਨਾਲ ਮਿਲ ਕੇ ਲਿਖੀ। ਤੇ ਜਦ ਉਹ ਸੈਂਡ ਆਰਟਿਸਟ ਕੋਲ ਪਹੁੰਚੀ, ਉਹਨਾਂ ਕੋਲ ਸਕ੍ਰਿਪਟ ਰਿਟਨ ਵੀ ਪਹੁੰਚੀ ਤੇ ਪੂਰਾ ਆਡੀਓ ਟਰੈਕ ਪਹੁੰਚਿਆ ਅੱਧੇ ਘੰਟੇ ਦਾ। ਉਹ ਆਪਣੇ ਆਪ ਵਿੱਚ ਉਹ ਆਡੀਓ ਟਰੈਕ ਇੰਨਾ ਇਮੋਸ਼ਨਲ, ਇੰਨਾ ਪਾਵਰਫੁਲ ਸੀਗਾ ਕਿ ਭਾਵੇਂ ਕੋਈ ਮਰਾਠੀ ਹੈ, ਬੰਗਾਲੀ ਵੀ ਸਾਡੇ ਆਰਟਿਸਟ ਆਏ, ਬੰਗਾਲ ਤੋਂ ਵੀ ਆਏ। they said we were not aware ਕਿ ਇੰਨਾ ਕੁਝ ਸੈਕਰੀਫਾਈਸ, ਇੰਨਾ ਵੱਡਾ ਬਲੀਦਾਨ ਕੀਤਾ ਹੈ, ਕੋਈ ਆਪੇ ਚੱਲ ਕੇ ਗਿਆ। ਕਹਿੰਦੇ ਹੈ ਕਿ ਲੋਕੀ ਤੇ ਵੇਟ ਕਰਦੇ ਨੇ ਕਿ ਕੋਈ ਗ੍ਰਿਫਤਾਰੀਆਂ ਕਰਨ ਆਉਣ, ਤੇ ਗੁਰੂ ਸਾਹਿਬ ਤਾਂ ਆਪੇ ਚੱਲ ਕੇ ਗਏ ਨੇ। ਤੇ ਆਈ ਫੈਲਟ ਵੈਰੀ ਹੈਪੀ ਕਿ ਚਲੋ ਰੱਬ ਨੇ ਮੇਰੇ ਹੱਥੋਂ ਥੋੜ੍ਹੀ ਜਿਹੀ ਸੇਵਾ ਕਰਾਈ ਤੇ ਕਿੱਥੋਂ ਪਹੁੰਚਿਆ। ਸਰਵਨ ਔਰ ਬੰਗਾਲ ਦੇ ਸਾਡੇ ਬਾਦਲ ਬਰਈ ਆਰਟਿਸਟ ਆਏ, ਮਨੀਸ਼ਾ ਸਰਵਾਕਰ, ਸ਼ੀ ਇਜ਼ ਮਰਾਠੀ, ਦੈਨ ਸਰਵਮ ਪਟੇਲ, ਓਮ ਪ੍ਰਕਾਸ਼, ਦੇ ਆਰ ਨੋਟ ਪੰਜਾਬੀਜ਼। ਅਫਕੋਰਸ ਜਦ ਉਹਨਾਂ ਨੇ ਡਰॉ ਕੀਤੀ, they themselves are very good artists। ਮਨੀਸ਼ਾ ਨੇ ਮੇਰੇ ਨਾਲ ਗੁਰੂ ਨਾਨਕ ਸਾਹਿਬ ਜੀ ਦੀ 550 ਸਾਲਾਂ ਤੇ ਕੰਮ ਕੀਤਾ ਹੈ, ਬਹੁਤ ਅੱਛਾ ਬਣਾਇਆ। ਗੁਰੂ ਨਾਨਕ ਸਾਹਿਬ ਦਾ ਸਰੂਪ ਜੋ ਆਇਆ ਸੀਗਾ ਉਹ ਬਾ ਕਮਾਲ ਸੀਗਾ, ਉੱਥੇ ਦੇਖ ਕੇ ਗੂਜ਼ ਬੰਬ ਆ ਜਾਂਦੇ ਨੇ। ਤੇ ਇਸ ਵਾਰੀ ਵੀ ਜਦ ਗੁਰੂ ਤੇਗ ਬਹਾਦਰ ਸਾਹਿਬ ਦਾ ਆਡੀਓ ਟਰੈਕ ਮੈਨੂੰ ਬਾਹਰ ਨਿਕਲ ਕੇ ਜੋ ਗਵਰਨਮੈਂਟ ਦੇ ਟੌਪ ਆਫਿਸਰਸ ਨੇ ਮੇਰੇ ਸਿਰ ਤੇ ਹੱਥ ਰੱਖਿਆ, ਕਹਿੰਦੇ ਕਿ ਤੁਸੀਂ ਕਮਾਲ ਕਰਤਾ ਹੈ, ਗੂਜ਼ ਬੰਬਸ ਆ ਗਏ। ਤੇ ਆਈ ਥਿੰਕ ਅਗਰ ਅਸੀਂ ਰੀਲਿਵ ਕੀ ਕਰ ਸਕਦੇ ਹਾਂ ਜੋ ਗੁਰੂ ਸਾਹਿਬ ਲਿਵ ਕਰ ਗਏ, ਪਰ ਅਸੀਂ ਉਸ ਮਾਹੌਲ ਨੂੰ ਥੋੜ੍ਹਾ ਜਿਹਾ ਵੀ ਅਹਿਸਾਸ ਕਰਕੇ ਸਾਡੇ ਅੰਦਰ ਉਹ ਗੱਲ ਆ ਜਾਏ, ਇੱਕ ਅਹਿਸਾਸ ਆ ਜਾਏ ਕਿ ਸਾਡੇ ਗੁਰੂ ਸਾਹਿਬ ਸਾਡੇ ਲਈ ਕੀ ਕਰਕੇ ਗਏ ਨੇ,
ਜੋ ਵਿਰਾਸਤ ਵਿੱਚ ਮਿਲਿਆ, ਆਈ ਥਿੰਕ ਬਹੁਤ ਮੇਰੇ ਲਈ ਤੇ ਬਹੁਤ ਵੱਡੀ ਗੱਲ ਹੈ। ਅੱਛਾ, ਤੁਸੀਂ ਤਾਂ ਆਰਟਿਸਟ ਹੋ, ਮਤਲਬ ਤੁਸੀਂ ਫਿਲਮਸ ਡਾਇਰੈਕਟ ਕਰਦੇ ਹੋ, ਤੁਹਾਡਾ ਪ੍ਰੋਡਕਸ਼ਨ ਹਾਊਸ ਹੈ ਜੀ। ਜਦੋਂ ਅਪਰੋਚ ਹੋਈ ਹੁੰਦੀ ਆ ਮਤਲਬ ਧਾਰਮਿਕ ਕਨਸੈਪਟ ਲਈ ਬੀਇੰਗ ਅ ਸਿੱਖ, ਸਾਨੂੰ ਹਮੇਸ਼ਾ ਲੱਗਦਾ ਵੀ ਸਾਨੂੰ ਜਿੱਦਾਂ ਪਤਾ ਆ, ਜੇ ਬਾਕੀਆਂ ਨੂੰ ਵੀ ਥੋੜਾ ਥੋੜਾ ਪਤਾ ਹੋਵੇ ਤੇ ਸਾਡੀਆਂ ਜਨਰੇਸ਼ਨਾਂ ਮਾਣ ਕਰਨਗੀਆਂ, ਸਿਰ ਉੱਚਾ ਕਰਨਗੀਆਂ ਤੇ ਦੁਨੀਆ ਦੇ ਉੱਤੇ ਇਹ ਪਤਾ ਲੱਗਣਾ ਚਾਹੀਦਾ ਕਿ ਮੈਨੂੰ ਲੱਗਦਾ ਕਿ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਇਹ ਸ਼ਹਾਦਤ ਅਸੀਂ ਲਿਖਦੇ ਹਾਂ ਵੀ ਐਸੀ ਸ਼ਹਾਦਤ ਦੁਨੀਆ ਦੇ ਪਹਿਲੀ ਜਿਹੜੀ ਕਿ ਹਿਊਮਨ ਰਾਈਟਸ ਲਈ ਦਿੱਤੀ ਗਈ ਜੀ, ਹੈ ਨਾ। ਤੇ ਮਤਲਬ ਜਦੋਂ ਤੁਹਾਨੂੰ ਅਪਰੋਚ ਹੋ ਜਾਂਦੀ ਆ, ਤੁਹਾਨੂੰ ਲੱਗਦਾ ਵੀ ਗਵਰਨਮੈਂਟਸ ਜਿਹੜੇ ਆ ਉਹਨਾਂ ਨੂੰ ਇਦਾਂ ਦੇ ਐਫਰਟਸ ਕਰਨੇ ਚਾਹੀਦੇ ਆ ਜਾਂ ਬਾਕੀ ਗਵਰਨਮੈਂਟਸ ਨੂੰ ਵੀ ਕਰਨੇ ਚਾਹੀਦੇ ਆ, ਖਾਸ ਕਰਕੇ ਜਿਹੜੀਆਂ ਰਿਲੇਟਿਵਲੀ ਗਵਰਨਮੈਂਟਸ ਨੇ? ਬਿਲਕੁਲ, ਗਵਰਨਮੈਂਟਸ ਦੇ ਨਾਲ ਨਾਲ ਪ੍ਰਾਈਵੇਟ ਸੈਕਟਰ, ਵਾਈ ਨਾਟ? ਗਵਰਨਮੈਂਟ ਤੇ ਕਰ ਰਹੀ ਹੈ, ਗਵਰਨਮੈਂਟ ਕਰਦੀ ਹੈ, ਗਵਰਨਮੈਂਟ ਕਰੇ ਪ੍ਰਾਈਵੇਟ ਸੈਕਟਰਸ ਨੂੰ ਵੀ ਕਰਨਾ ਚਾਹੀਦਾ ਹੈ। ਉਹਨਾਂ ਕੋਲ CSR ਫੰਡਸ ਹੁੰਦੇ ਨੇ, ਉਹਨਾਂ ਕੋਲ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ। ਵੈਲਿਊ ਸਿਸਟਮ ਵਧਾਉਂਦਾ ਹੈ ਸਾਡੀ ਜਨਰੇਸ਼ਨਸ ਨੂੰ। ਇੱਕ ਕਹਿੰਦੇ ਨੇ ਨਾ, ਵੀ ਸ਼ੁੱਡ ਬੀ ਥੈਂਕਫੁਲ ਕਿ ਅਸੀਂ ਇੱਕ ਖੁੱਲੇ ਕਹਿੰਦੇ ਨਾ ਫ੍ਰੀ ਵਿਲ ਦੇ ਨਾਲ ਆਪਾਂ ਜੀਂਦੇ ਪਏ ਹਾਂ। ਆਪਾਂ ਜੋ ਪਾਣਾ ਚਾਹੁੰਦੇ ਹਾਂ ਪਾ ਰਹੇ ਹਾਂ, ਜੋ ਖਾਣਾ ਚਾਹੁੰਦੇ ਹਾਂ ਖਾ ਰਹੇ ਹਾਂ। ਭਾਵੇਂ ਪੰਜਾਬੀਆਂ, ਭਾਵੇਂ ਕੋਈ ਕੇਸ ਰੱਖ ਰਿਹਾ ਨਹੀਂ ਰੱਖ ਰਿਹਾ, ਤੁਸੀਂ ਉਹ ਆਜ਼ਾਦੀ ਮਿਲੀ ਕਿਵੇਂ ਹੈ? ਕਿੱਥੋਂ ਆਈ ਉਹ ਆਜ਼ਾਦੀ? ਜੇ ਗੁਰੂ ਤੇਗ ਬਹਾਦਰ ਸਾਹਿਬ ਉਹ ਨਹੀਂ ਕਰਦੇ ਤਾਂ ਕੀ ਉਹ ਆਜ਼ਾਦੀ ਮਿਲ ਪਾਣੀ ਸੀ? ਕਿ ਉਹ ਮੁਲਕ ਹੀ ਕੁਝ ਹੋਰ ਹੁੰਦਾ, ਇਹ ਮੁਲਕ ਹੀ ਕੁਝ ਹੋਰ ਹੁੰਦਾ, ਕੀ ਪਤਾ ਕੀ ਚੱਲ ਰਿਹਾ ਹੁੰਦਾ। ਅੱਛਾ, ਮੈਨੂੰ ਬੜੇ ਸਾਰੇ ਹਿੰਦੂ ਮਿਲਦੇ ਆ। ਇੱਕ ਹਿੰਦੂ ਜਿਹੜੇ ਸੀਗੇ ਉਹਨਾਂ ਦੇ ਨਾਲ ਮੈਂ ਇੰਟਰਵਿਊ ਵੀ ਕੀਤੀ ਆ, ਔਰ ਰਾਮ ਸਿੰਘ ਰਾਣਾ, ਤੁਹਾਨੂੰ ਯਾਦ ਹੋਏਗਾ ਵੀ ਗੋਲਡਨ ਹੱਟ ਵਾਲੇ ਪੰਜਾਬ 'ਚ ਬੜੇ ਮਸ਼ਹੂਰ ਆ। ਓਕੇ। ਔਰ ਉਹਨਾਂ ਨੇ ਨਾ ਤਿਲਕ ਲਾਇਆ ਸੀਗਾ ਤੇ ਉਹ ਆਪਣੇ ਤਿਲਕ ਤੇ ਹੱਥ ਰੱਖ ਕੇ ਕਹਿੰਦੇ, ਜਦੋਂ ਮੈਂ ਇੰਟਰਵਿਊ ਕਰ ਰਿਹਾ, ਕਹਿੰਦੇ ਇਹ ਤਿਲਕ ਜੇ ਮਤਲਬ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਸ਼ਹਾਦਤ ਨਾ ਦਿੰਦੇ ਤੇ ਇਹ ਤਿਲਕ ਸਾਡੇ ਨਾਲ ਲੱਗਦਾ, ਸਾਡੇ ਹਿੰਦੂਆਂ ਦਾ, ਕਿਉਂਕਿ ਉਹਨਾਂ ਨੇ ਕਹਿੰਦੇ ਜੀ ਸਾਡੀ ਰੱਖਿਆ ਕੀਤੀ ਆ, ਮੈਂ ਹਿੰਦੂ ਨਾ ਹੁੰਦਾ ਤੇ ਸਾਨੂੰ ਕਹਿੰਦੇ ਬਹੁਤ ਮਾਣ ਹੈ ਸ਼ਹਾਦਤ ਤੇ। ਤੁਸੀਂ ਬੀਂਗਾ ਦਿੱਲੀਅਨ, ਮਤਲਬ ਤੁਸੀਂ ਦਿੱਲੀ ਰਹਿੰਦੇ ਹੋ, ਤੁਹਾਡੇ ਨਾਲ ਕਦੀ ਇੱਦਾਂ ਦੇ ਇੰਸੀਡੈਂਟ ਹੋਏ? ਨਹੀਂ, ਦੇਖੋ ਮੇਰੇ ਸਰਕਲ ਅੰਦਰ ਹਰ ਤਰ੍ਹਾਂ ਦੇ ਲੋਕ ਹੀ ਨੇ, ਮੇਰੇ ਫਰੈਂਡਸ ਨੇ, ਮੇਰੇ ਬਿਲਕੁਲ ਮੈਨੂੰ ਮਤਲਬ ਕਈ ਇਸ ਤਰ੍ਹਾਂ ਦੇ ਵੀ ਲੋਕ ਮਿਲੇ ਜਿਨ੍ਹਾਂ ਨੇ ਕਿਹਾ ਕਿ ਤੁਸੀਂ ਅਰਦਾਸ ਕਰਦੇ ਹੋ ਤੇ ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਲਈ ਤੇ ਆਏ ਹੋ। ਭਗਵਤੀ ਕੀ ਹੈ? ਮੈਂ ਤਾਂ ਪੜ੍ਹਦੀ ਪਈ ਸੀ, ਮੈਂ ਐਜ਼ ਐਨ ਐਂਟਰਪ੍ਰੈਨਿਓਰ ਆਪਣਾ ਪ੍ਰੋਡਕਸ਼ਨ ਹਾਊਸ ਸ਼ੁਰੂ ਕਰ ਰਹੀ ਸੀ। ਪਹਿਲਾਂ TV ਚੈਨਲਸ 'ਤੇ ਐਂਕਰ ਕਰਦੀ ਸੀ, MH1 ਦੂਰਦਰਸ਼ਨ, ਪਰ ਨਾਲੋਂ ਨਾਲ ਸੀਗਾ ਕਿ ਨਹੀਂ ਆਪਣਾ ਕਰਨਾ ਤੇ ਆਪਣਾ ਪ੍ਰੋਡਕਸ਼ਨ ਹਾਊਸ ਸ਼ੁਰੂ ਕੀਤਾ। ਤਾਂ ਮੈਂ ਰਿਲੀਜੀਅਸ ਬੈਂਟ ਬਚਪਨ ਤੋਂ ਸੀਗਾ, ਕਿਉਂਕਿ ਮੰਮੀ ਨੂੰ ਬਚਪਨ ਤੋਂ ਘਰੇ ਬਹਿ ਕੇ ਸਵੇਰੇ ਸ਼ਾਮੀ ਪਾਠ ਕਰਦੇ ਵੇਖਿਆ। ਅਸੀਂ ਛੋਟੇ ਹੁੰਦੇ ਗੁਰਦੁਆਰਾ ਸਾਹਿਬ ਚਲੇ ਜਾਂਦੇ ਸੀਗੇ, ਰਹਿਰਾਸ ਸਾਹਿਬ ਦਾ ਪਾਠ ਸ਼ਾਮੀ ਹੁੰਦਾ ਸੀ ਤੇ ਭਾਈ ਸਾਹਿਬ ਉੱਥੇ ਜੋ ਪਾਠੀ ਹੁੰਦੇ ਸੀ, ਇੱਕ ਲਾਈਨ ਉਹ ਬੋਲਦੇ ਸੀ, ਦੂਜੀ ਲਾਈਨ ਅਸੀਂ ਪਿੱਛੋਂ ਰਿਪੀਟ ਕਰਦੇ ਸੀਗੇ। ਤੇ ਬਚਪਨ ਤੋਂ 6-6 7 ਸਾਲ ਦੇ ਹੋਵਾਂਗੇ, ਸਿਰ ਤੇ ਚੁੰਨੀਆਂ ਲੈ ਕੇ, ਤਾਂ ਇੰਨਾ ਪਤਾ ਨਹੀਂ ਹੁੰਦਾ ਸੀ ਕਿ ਰਿਲੀਜਨ ਦਾ ਮਾਇਨੇ ਕੀ ਹੈ, ਪਰ ਆਪਾਂ ਜਾਣਦੇ ਸੀਗੇ, ਹੈ ਨਾ। ਲਾਈਟਾਂ ਲੱਗੀਆਂ ਹੁੰਦੀਆਂ ਸੀ, ਬਲਬ ਚੁੰਨੀ ਦੇ ਥਰੂ ਦੇਖਦੇ ਸੀ, ਲਾਈਟ ਦੇ ਪੈਟਰਨ ਬਣਦੇ ਸੀ, ਤੇ ਉਹ ਬਚਪਨ ਸੀਗਾ। ਫਿਰ ਵੱਡੇ ਹੋਏ ਤਾਂ ਥੋੜ੍ਹਾ ਬਹੁਤ ਹੋਰ ਸਾਨੂੰ ਸਮਝ ਆਇਆ ਕਿ ਇਹ ਹਾਲੇ ਵੀ ਮੈਂ ਕਹਾਂਗੀ ਕਿ ਬਿਕੋਜ਼ ਮੇਰੇ ਕੋਲੋਂ ਇਹ 2 ਐਗਜ਼ੀਬਿਸ਼ਨਸ, 2 ਕਾਫੀ ਟੇਬਲ ਬੁੱਕ, 2 ਸੈਂਡ ਆਰਟ ਮੈਂ ਕਿਊਰੇਟ ਕੀਤੇ ਨੇ, ਤੇ ਮੈਨੂੰ ਹਿਸਟਰੀ ਅੰਦਰ ਥੋੜ੍ਹਾ ਜਿਹਾ ਡੈਪਥ ਜਾ ਕੇ ਪੜ੍ਹਨਾ ਪਿਆ। ਆਈ ਐਮ ਨਾਟ ਅ ਹਿਸਟੋਰੀਅਨ, ਆਈ ਐਮ ਨਾਟ ਅ ਆਰਟ ਪਰਸਨ। ਸਹੀ ਹੈ। ਮੈਂ ਨਹੀਂ ਕਹਿੰਦੀ ਕਿ ਮੈਂ ਮੈਂ MBA ਕੀਤੀ ਆ, ਮੈਂ BCom ਪਰਸਨ। TV ਸ਼ੋਜ਼ ਹੋਸਟ ਕਰਦੀ ਸੀ, ਕੁਝ ਸੀਰੀਅਲਸ ਵਿੱਚ ਐਕਟਿੰਗ ਕੀਤੀ। ਬਹੁਤ ਜਲਦੀ ਮੈਂ ਬਿਹਾਈਂਡ ਦ ਕੈਮਰਾ ਆ ਗਈ ਐਂਡ ਦੈਨ ਆਪਣਾ ਪ੍ਰੋਡਕਸ਼ਨ ਹਾਊਸ ਸ਼ੁਰੂ ਕੀਤਾ। ਗਵਰਨਮੈਂਟ ਦੀ ਕਾਫੀ ਕਮਿਊਨੀਕੇਸ਼ਨ ਆਪਾਂ ਕਰਦੇ ਹਾਂ, ਬ੍ਰਾਂਡਿੰਗ ਐਡਵਰਟਾਈਜ਼ਿੰਗ ਕਰਦੇ ਹਾਂ, ਲੋਗੋਜ਼ ਬਣਾਉਂਦੇ ਹਾਂ, ਬ੍ਰਾਂਡ ਆਈਡੈਂਟੀਟੀ ਬਣਾਉਂਦੇ ਹਾਂ, ਬਹੁਤ ਸਾਰੀ ਚੀਜ਼ਾਂ। ਪਰ ਜਦ ਹਰਿਆਣਾ ਗਵਰਨਮੈਂਟ ਨੇ ਟਰਸਟ ਕਰਕੇ ਸਾਨੂੰ ਇਹ ਕੰਮ ਕਰਨ ਲਈ ਦਿੱਤਾ, when I'm reading it, in fact ਬੈਂਟ ਤੇ ਬਹੁਤ ਪਹਿਲਾਂ ਤੋਂ ਹੀ ਹੈ। ਮੇਰੇ ਫਰੈਂਡਸ ਹਿੰਦੂ ਵੀ ਨੇ, 1-2 ਮੁਸਲਿਮ ਵੀ ਸੀਗੇ ਹੈ ਨੇ, ਕੁਝ ਕ੍ਰਿਸਚਨਸ ਵੀ ਨੇ। ਬਟ ਅੱਜ ਕੱਲ੍ਹ ਦੇ ਮਾਹੌਲ ਦੇ ਵਿੱਚ ਮੈਂ ਸੱਚੀ ਗੱਲ ਦੱਸਾਂ, ਪੀਪਲ ਡੋਂਟ ਟਾਕ ਅਬਾਊਟ ਰਿਲੀਜਨ, ਆਮ ਬੀਇੰਗ ਵੈਰੀ ਓਨੈਸਟ। ਲੋਕੀ ਬੜੇ ਨਿਊਟਰਲ ਹੋ ਕੇ ਗੱਲ ਕਰਦੇ ਨੇ, ਔਰ ਅਗਰ ਮੈਂ ਥੋੜ੍ਹਾ ਜਿਹਾ ਪੜ੍ਹਾ ਲਿਖਿਆ ਜਾਂ ਇੰਟੈਲੈਕਚੁਅਲ ਲੈਵਲ ਤੇ, ਬੈਂਗਲੋਰ, ਇਫ ਆਈ ਗੋ ਟੂ ਬੈਂਗਲੋਰ ਔਰ ਬੰਬੇ, ਲੋਕੀ ਰਿਲੀਜਨ ਦੇ ਬਾਰੇ ਗੱਲ ਹੀ ਨਹੀਂ ਕਰਦੇ ਜ਼ਿਆਦਾ। ਔਰ ਇਨ ਅ ਵੇ ਪੋਜ਼ਿਟਿਵ ਲਾਈਟ ਅੰਦਰ ਦੇਖੀਏ ਕਿ ਚਲੋ ਠੀਕ ਹੈ, ਭੇਦਭਾਵ ਨਹੀਂ ਆਏਗਾ, ਪਰ ਹਿਸਟਰੀ ਪਤਾ ਹੋਣੀ ਬਹੁਤ ਜ਼ਰੂਰੀ ਹੈ। ਸਾਨੂੰ ਪਤਾ ਹੈ ਕਿ ਅਸੀਂ ਕਿੱਥੋਂ ਆ ਰਹੇ ਹਾਂ, ਅਸੀਂ ਕੀ ਕੰਟਰੀਬਿਊਟ ਕੀਤਾ। ਕਈ ਜਗ੍ਹਾ ਐਸੀਆਂ ਵੀ ਨੇ, ਕਈ ਲੋਕ ਐਸੇ ਵੀ ਨੇ, ਉਹ ਕੁਝ ਕਨਵਿੰਸ ਕਰਨ ਦੀ ਕੋਸ਼ਿਸ਼ ਕਰਦੇ ਨੇ। ਕੁਝ ਐਸੇ ਲੋਕ ਹੀ ਆ ਜਾਂਦੇ ਨੇ ਕਿ ਤੁਹਾਡਾ ਪਿਛੋਕੜ ਕੀ ਹੈ,
ਹਾਂ ਕਈ ਵਾਰ ਤੁਹਾਨੂੰ ਪਤਾ ਪੁੱਛ ਲੈਂਦੇ ਵੀ ਪਿਛੋਕੜ ਕੀ ਹੈ, ਫਿਰ ਤੁਹਾਨੂੰ ਪਤਾ ਤਾਂ ਹੋਣਾ ਚਾਹੀਦਾ ਐਟਲੀਸਟ। ਹਾਂ, ਤੇ ਮਤਲਬ ਗੁਰੂ ਸਾਹਿਬ ਦੀ ਗੱਲ ਕਰ ਲੈਂਦੇ ਨੇ ਕਿ ਮਾਤਾ ਕਾਲੂ ਜੀ ਦੇ ਘਰ ਪੈਦਾ ਹੋਏ ਸੀ, ਆਲ ਦੋਜ਼ ਥਿੰਗਸ। ਮੈਂ ਸਿਰਫ ਇਹ ਪੁੱਛਣਾ ਚਾਹੁੰਦਾ ਕਿ ਜਿੱਦਾਂ ਬਹੁਤੇ ਲੋਕ ਇਹ ਹੁੰਦੇ ਆ ਵੀ ਜਿੱਦਾਂ ਹੁਣ ਅਸੀਂ ਸਿੱਖ ਹਾਂ ਤੇ ਸਾਨੂੰ ਇੱਕ ਰਿਸਪੈਕਟ ਤਾਂ ਮਿਲਦੀ ਆ, ਵੱਖਰੇ ਵਾਰੀਅਰ ਤਾਂ ਲੱਗਦੇ ਆ। ਹੁਣ ਨਿਮੀ ਸਿੰਘ ਆ, ਨਿਮੀ ਸਿੰਘ ਨਾਮ ਸੁਣ ਕੇ ਹੀ ਤੁਹਾਨੂੰ ਲੱਗਦਾ ਵੀ ਇਹ ਤਾਂ ਸਿੱਖਣੀ ਹੈ, ਸਰਦਾਰਾਂ ਦੀ ਧੀ ਹੋਏਗੀ, ਤੇ ਵਾਕਈ ਵਾਰੀਅਰ ਆ। ਇਹ ਇੱਕ ਤਰੀਕੇ ਨਾਲ ਜਜ਼ਬਾ ਤਾਂ ਸਾਡੇ ਅੰਦਰ ਹੈਗਾ ਨਾ। ਬਿਲਕੁਲ ਹੈ। ਔਰ ਮੇਰੇ ਕਈ ਫਰੈਂਡਸ ਮੈਨੂੰ ਸਰਦਾਰਨੀ ਕਹਿ ਕੇ ਬੁਲਾਉਂਦੇ ਨੇ, ਉਹ ਸਰਦਾਰਨੀ ਆ ਗਈ। ਦੇ ਸੇ ਕਿ ਓਕੇ ਕੁਝ ਪ੍ਰੋਬਲਮ ਹੁੰਦੀ ਹੈ ਜਾਂ ਕਿਤੇ ਕਿਤੇ ਜਾ ਰਹੇ ਹੁੰਦੇ ਆ, ਉਹ ਦਲੇਰੀ ਵਾਲਾ ਦੇ ਥਿੰਕ ਦੇ ਕੈਨ ਹੈਂਡਲ। ਸੋ ਉਹ ਇੱਕ ਇੰਪ੍ਰੈਸ਼ਨ ਆਉਂਦਾ ਹੈ ਲੋਕਾਂ ਵਿੱਚ ਸਿੱਖਾਂ ਬਾਰੇ, that they are the kind of ਜੁਝਾਰੂ ਵਾਲਾ, ਉਹ ਜੁਝਾਰੂ ਸਮਝਦੇ ਨੇ, they respect that and I think it travels। ਆਂਦਾ ਵੀ ਹੈ, ਮੈਨੂੰ ਲੱਗਦਾ ਸਾਡੇ ਪੰਜਾਬੀਆਂ ਅੰਦਰ ਇੱਕ ਵੀ ਫੀਲ, ਸਾਨੂੰ ਚੀਜ਼ਾਂ ਨੂੰ ਅੱਛੀ ਤਰ੍ਹਾਂ ਹੈਂਡਲ ਕਰਨਾ, ਮੇਬੀ ਇਟ ਇਜ਼ ਦੇਅਰ ਇਨ ਦ ਬਲੱਡ। ਕਦੀ ਘਬਰਾਣਾ ਨਹੀਂ, ਕਦੀ ਕੁਛ ਨਹੀਂ ਕਰਨਾ, ਚੜ੍ਹਦੀ ਕਲਾ 'ਚ ਰਹਿਣਾ। ਪਤਾ ਕਿ ਇਟਸ ਬੋਥ ਸਾਈਡ। ਇੱਦਾਂ ਨਹੀਂ ਹੁੰਦਾ, ਕਿਉਂਕਿ ਕਈ ਵਾਰੀ ਨਾ ਸਾਡੀ ਫੀਲਡ ਦੇ ਵਿੱਚ ਕਈ ਵਾਰੀ ਲੋਕੀ ਨਾ ਆਪਣਾ ਪ੍ਰੋਫਾਈਲ ਠੀਕ ਨਹੀਂ ਦਿਖਾਉਂਦੇ। ਹਾਂ, ਇਹ ਵੀ ਗੱਲ। ਉਹ ਕਿਸੇ ਹੋਰ ਦਾ ਪ੍ਰੋਫਾਈਲ ਦਿਖਾ ਦਿੰਦੇ ਨੇ, ਜਦ ਕੰਮ ਕਰਨ ਆਉਂਦੇ ਨੇ ਤੇ ਉਹਨਾਂ ਨੂੰ ਕੰਮ ਕਰਨਾ ਆਉਂਦਾ ਨਹੀਂ, ਵਿਚਾਰਾ ਪ੍ਰੋਡਿਊਸਰ ਕੀ ਕਰੇਗਾ। ਫਿਰ ਕੀ ਹੁੰਦਾ, ਦੇਖੋ ਰਿਟਨ ਅੰਦਰ ਤੇ ਕੰਟਰੈਕਟਸ ਬਹੁਤ ਘੱਟ ਹੀ ਹੁੰਦੇ ਆ, ਜ਼ੁਬਾਨ ਦੀ ਫੀਲਡ ਹੈ। ਉਹਨਾਂ ਨੇ ਫਿਰ ਗੱਲ ਪਾਤੀ ਕਿਸੇ ਦੂਜੇ ਬੰਦੇ ਤੇ ਕਿ ਨਹੀਂ ਮੈਂ ਨਹੀਂ ਹੈ, ਤੇ ਇੱਥੇ ਦੇ ਲੋਕਲ ਮਾਫੀਆ ਵਾਲੇ ਨੇ। ਸੋ ਆਈ ਸੈਡ ਸਿੰਘ ਸਾਹਿਬ ਜੇ ਹੁਣੇ ਇੱਥੋਂ ਨਹੀਂ ਖੁੱਲੀ, ਮੈਂ ਕਿਹਾ ਮੇਰਾ ਸਮਾਨ ਇੱਥੇ ਹੀ ਪਿਆ, ਮੈਂ ਕਿਹਾ ਅਗਰ ਨਹੀਂ ਖੁੱਲਿਆ ਆਈ ਐਮ ਗੋਨਾ ਕਾਲ ਕੌਪਸ ਰਾਈਟ ਨਾਓ। ਔਰ ਇਹ ਪੂਰੀ ਦੀ ਪੂਰੀ ਯੂਨਿਟ ਦੇ ਸਾਹਮਣੇ ਤੁਹਾਨੂੰ ਪੈਸੇ ਦਿੱਤੇ ਨੇ, ਕਿਉਂਕਿ ਅਸੀਂ ਤੇ ਨਾਲੋਂ ਨਾਲ ਕੈਸ਼ ਲੈ ਕੇ ਚੱਲਦੇ ਹਾਂ, ਕਿਉਂਕਿ ਖਰਚੇ ਕਰਨੇ ਹੁੰਦੇ ਆ, ਅਨਸਕਿਲਡ ਲੇਬਰ ਵੀ ਹੁੰਦੀ ਹੈ ਤੇ ਕੈਸ਼। ਮੈਂ ਕਿਹਾ ਤੁਸੀਂ ਸਾਰੀ ਕੈਸ਼ ਪੇਮੈਂਟ ਲਈ ਜਾਂਦੇ ਹੋ। ਸੋ ਦੈਟ ਇਜ਼ ਵੇਅਰ ਆਈ ਹੈਡ ਟੂ ਟੇਕ ਅ ਸਟੈਂਡ। ਹਾਲਾਂਕਿ ਮੇਰੀ ਟੀਮ ਦੇ ਵਿੱਚ ਮੇਲ ਕੈਮਰਾਮੈਨ ਦੀਪ ਵੀ ਸੀਗੇ ਇੱਥੋਂ ਦੀ, ਪੰਜਾਬ ਦੀ ਟੀਮ ਆਈ ਹੋਈ ਸੀ। ਸੋ ਸਭ ਨੇ ਮੈਨੂੰ ਦੁਪਹਿਰੇ ਕਿਹਾ, ਕਹਿੰਦੇ ਮੈਡਮ ਕਿਉਂ ਦੇ ਰਹੇ ਹੋ ਜ਼ਿਆਦਾ ਪੈਸੇ, ਇੰਨੇ ਤੇ ਗੱਲ ਨਹੀਂ ਹੋਈ, ਆਪਾਂ ਤੇ ਆਏ ਸਵੇਰੇ 6 ਵਜੇ। ਸੋ ਦੈਟ ਇਜ਼ ਵੇਅਰ ਮਤਲਬ ਯੂ ਹੈਵ ਟੂ ਟੇਕ ਅ ਸਟੈਂਡ। ਉਹ ਹੁਣ ਮੋਰਚਾ ਸੰਭਾਲਣ ਵਾਲੀ ਗੱਲ ਸੀ ਜਾਂ ਕੁਝ ਸੀ, ਅਗਲੇ ਦਿਨ ਸਵੇਰੇ ਫਿਰ ਉਹਨਾਂ ਨੇ ਨਹੀਂ ਆਉਣ ਦਿੱਤਾ, ਕਰਨ ਦਿੱਤਾ, ਪਿਕਅਪ ਕਰਨ ਦਿੱਤਾ। Then I said don't do this, you have not taken permissions, you have built this farmhouse, we don't know, many things are there। ਜਦ ਆਪਾਂ ਪਹੁੰਚ ਜਾਂਦੇ ਹਾਂ ਸਾਨੂੰ ਪਤਾ ਚੱਲਦਾ ਹੈ, ਬਾਅਦ ਵਿੱਚ ਪਤਾ ਲੱਗਦੀਆਂ। ਹਾਲਾਂਕਿ ਸੇਫਟੀ ਪੁਆਇੰਟ ਆਫ ਵਿਊ ਤੋਂ ਉਹਨਾਂ ਨੂੰ ਪਰਮਿਸ਼ਨਸ ਵਗੈਰਾ ਲੈਣੀਆਂ ਚਾਹੀਦੀਆਂ। ਸੋ ਸਰਟਨ ਸੱਚ ਥਿੰਗਸ ਹੁੰਦਾ ਹੈ। ਕਈ ਵਾਰੀ 600 ਕਿਲੋਮੀਟਰ ਜੈਪੁਰ ਤੋਂ ਲੈ ਕੇ ਮਤਲਬ ਅੰਮ੍ਰਿਤਸਰ ਤੱਕ ਗੱਡੀ ਚਲਾ ਲਿੱਤੀ ਨਾਨ ਸਟਾਪ। ਸੋ ਹੁਣ ਮੈਨੂੰ ਨਹੀਂ ਪਤਾ ਉਹ ਪੰਜਾਬੀ ਸਪਿਰਿਟ ਹੈ ਜਾਂ ਕਿਹੜੀ ਸਪਿਰਿਟ ਹੈ, ਉਹ ਹੋ ਜਾਂਦਾ ਕੁਝ ਨਾ ਕੁਝ। ਨਵੀਆਂ ਕੁੜੀਆਂ ਜਿਹੜੀਆਂ ਪ੍ਰੋਡਕਸ਼ਨ 'ਚ ਆਉਣੇ ਚਾਹੁੰਦੇ, ਹਾਲਾਂਕਿ ਬਹੁਤ ਜ਼ਿਆਦਾ ਨਾ ਇਹ ਹੁੰਦਾ ਵੀ ਜਿਹੜੀ ਲਾਈਮਲਾਈਟ ਦੀ ਦੁਨੀਆ ਜਾਂ ਮੀਡੀਆ ਦੀ ਦੁਨੀਆ, ਸਾਨੂੰ ਲੱਗਦਾ ਜਿਹੜੇ ਫੇਸ ਦਿਖਦੇ ਆ ਉਹੀ ਕੰਮ ਕਰਦੇ ਆ, ਪਿੱਛੇ ਕਿੰਨਾ ਕੁ ਸਕੋਪ ਹੈ? ਮਤਲਬ ਤੁਸੀਂ, ਮੈਂ ਦੇਖਿਆ ਵੀ ਇਹ ਕਿੰਨੀ ਕੁ ਅਰਨਿੰਗ ਹੈ, ਵੀ ਤੁਹਾਨੂੰ ਲੱਗਦਾ ਵੀ ਇਹ ਵਾਕਈ ਬਹੁਤ ਵਧੀਆ ਫੀਲਡ ਹੈ, ਕੁੜੀਆਂ ਲਈ ਵੀ ਵਧੀਆ ਫੀਲਡ ਹੈ? ਦੇਖੋ ਕੁੜੀਆਂ ਦੇ ਲਈ ਕੰਪੈਰੀਟਿਵਲੀ ਲੇਡੀਜ਼ ਫੀਮੇਲ ਘੱਟ ਨੇ। ਸੋ ਸਕਿਲਡ ਅਨਸਕਿਲਡ ਹਰ ਤਰ੍ਹਾਂ ਦੇ ਲੋਕੀ ਹੁੰਦੇ ਨੇ। ਮੈਨੂੰ ਕਾਫੀ ਚੰਗੇ ਲੋਕੀ ਵੀ ਮਿਲੇ। ਦੇਖੋ ਸਾਡੇ ਅੰਦਰ ਫ੍ਰੀਲਾਂਸਰਸ ਬਹੁਤ ਹੁੰਦੇ ਨੇ। ਇਟਸ ਅ ਮੈਟਰ ਆਫ ਕਮਿਟਮੈਂਟ। ਜੀ ਫੀਲਡ ਤਾਂ ਅੱਛੀ ਹੈ, ਇਫ ਯੂ ਆਰ ਕ੍ਰੀਏਟਿਵ ਐਵਰੀ ਫੀਲਡ ਇਜ਼ ਗੁੱਡ। ਬਟ ਦ ਥਿੰਗ ਇਜ਼, ਕਿਉਂਕਿ ਜੋ ਫੀਲਡ ਮੇਲ ਡੋਮੀਨੇਟਡ ਜ਼ਿਆਦਾ ਹੁੰਦੀ ਹੈ, ਉਹਦੇ ਅੰਦਰ ਥੋੜਾ ਜਿਹਾ ਤੁਹਾਨੂੰ ਲੱਗਦਾ ਹੈ ਬੀਇੰਗ ਅ ਲੇਡੀ ਤੁਹਾਨੂੰ ਇਨੀਸ਼ੀਅਲ ਚੈਲੰਜ ਆ ਸਕਦੇ ਨੇ। ਮੈਨੂੰ ਟੱਚਵੁੱਡ ਨਹੀਂ ਚੈਲੰਜਸ ਆਏ। ਪੀਪਲ ਪਾਰਟੀ ਮੀਡੀਆ ਦੇ ਵਿੱਚ ਮੈਂ ਸੀਰੀਅਲਸ ਵੀ ਬਣਾਏ ਨੇ, ਮੈਂ ਰਿਐਲਿਟੀ ਸ਼ੋਜ਼ ਵੀ ਬਣਾਏ ਨੇ। ਟੀਮ ਦੇ ਅੰਦਰ ਕਈ ਹਰ ਤਰ੍ਹਾਂ ਦੇ ਲੋਕੀ ਆਉਂਦੇ ਨੇ। ਪੀਪਲ ਦੇ ਬੂਜ਼ ਅਰਾਊਂਡ ਆਫਟਰ ਪੈਕਅਪ, ਪਾਰਟੀ ਚਾਹੀਦੀ ਹੈ, ਡਰਿੰਕਸ ਕਰਨੀਆਂ ਲੋਕਾਂ ਨੂੰ, ਹਰ ਇੱਕ ਤਰ੍ਹਾਂ ਦੀ ਡਿਮਾਂਡ ਹੁੰਦੀ ਹੈ। ਬਟ ਇਟ ਇਜ਼ ਯੂ ਹੈਵ ਟੂ ਮੇਕ ਯੋਰ ਆਈਡੈਂਟਿਟੀ ਫੈਲਟ ਐਂਡ ਯੂ ਹੈਵ ਟੂ ਡਰਾ ਯੋਰ ਲਾਈਨਸ। ਅੱਛਾ, ਡਰਾ ਯੋਰ ਲਾਈਨਸ ਹੋ ਜਾਂਦਾ ਆ। ਮੈਂ ਕਈ ਵਾਰੀ ਇਹ ਸੁਣਦਾ ਹੁੰਦਾ ਕੁੜੀਆਂ ਤੋਂ ਵੀ, ਜਦ ਤੱਕ ਮਤਲਬ ਕੋਈ ਤੁਹਾਨੂੰ ਹੱਥ ਨਹੀਂ ਲਾ ਸਕਦਾ, ਕੋਈ ਤੁਹਾਨੂੰ ਕੁਝ ਵੀ ਨਹੀਂ ਕਹਿ ਸਕਦਾ, ਜਦ ਤੱਕ ਤੁਸੀਂ ਕਿਸੇ ਨੂੰ ਥੋੜਾ ਜਿਹਾ ਕੁਝ ਕਲੂ ਨਹੀਂ ਦਿੰਦੇ। ਇੱਦਾਂ ਹੁੰਦਾ ਬੇਸਿਕਲੀ? ਸੀ ਮੈਂ ਜਦ ਮੀਡੀਆ ਸ਼ੁਰੂ ਕੀਤਾ ਤੇ ਆਈ ਵਾਜ਼ ਆਲਰੇਡੀ ਸਟੱਡੀਇੰਗ। ਮੇਰੇ ਲਈ ਤੇ ਇੱਕ ਤਰ੍ਹਾਂ ਨਾਲ ਇਟ ਵਾਜ਼ ਅ ਪਾਰਟ ਟਾਈਮ। ਆਈ ਥਿੰਕ ਦ ਮੋਰ ਡੈਸਪਰੇਸ਼ਨ ਯੂ ਸ਼ੋ ਦੈਨ ਪੀਪਲ ਟੇਕ ਐਡਵਾਂਟੇਜ। ਜੇ ਤੁਸੀਂ ਕਿਸੇ ਚੀਜ਼ ਲਈ ਬਹੁਤ ਜ਼ਿਆਦਾ ਡੈਸਪਰੇਸ਼ਨ ਸ਼ੋ ਕਰੋਗੇ ਤਾਂ ਅਗਲਾ ਬੰਦਾ ਐਡਵਾਂਟੇਜ ਲਏਗਾ। ਜੇ ਤੁਸੀਂ ਡੈਸਪਰੇਸ਼ਨ ਨਹੀਂ ਸ਼ੋ ਕਰ ਰਹੇ ਹੋ, ਕਿਉਂ ਕੋਈ ਤੁਹਾਡੇ ਨਾਲ ਕਿਉਂ ਗਲਤ ਕਰੇਗਾ? ਆਈ ਡੋਂਟ ਥਿੰਕ ਕਿ ਕੋਈ ਲੱਡੂ ਤਾਂ ਹੈ ਨਹੀਂ ਚੱਕ ਕੇ ਮੂੰਹ 'ਚ ਪਾ ਲੈਂਦਾ। ਸੋ ਇਟ ਹੈਜ਼ ਟੂ ਬੀ ਯੋਰ ਵਿਲ ਇਫ ਸਮਬਡੀ ਇਜ਼ ਡੂਇੰਗ ਰੋਂਗ ਟੂ ਯੂ। ਤੁਸੀਂ ਅਲਾਉ ਕਰੋਗੇ ਤਾਂ ਹੀ ਕੋਈ ਤੁਹਾਡੇ ਨਾਲ ਗਲਤ ਕਰੇਗਾ। ਪ੍ਰੋਡਕਸ਼ਨ ਹਾਊਸ
ਚਲਾਉਣਾ ਮਤਲਬ ਅੱਜ ਦੇ ਜ਼ਮਾਨੇ ਦੇ ਵਿੱਚ ਤੁਹਾਨੂੰ ਲੱਗਦਾ ਚੈਲੰਜਿੰਗ ਆ, ਸੌਖਾ ਆ, ਔਖਾ ਆ ਜਾਂ ਕਿਵੇਂ ਆ? ਨਵੇਂ ਜਿਹੜੇ ਬਰਡਿੰਗ ਆਪਾਂ ਕਹਿ ਲਈਏ ਕਿ ਆਪਣਾ ਸਟਾਰਟ ਕਰਨਾ ਚਾਹੁੰਦੇ ਆ, ਉਹਨਾਂ ਦੇ ਲਈ ਕੀ ਟਿਪਸ ਦੋਗੇ? ਦੇਖੋ ਪ੍ਰੋਡਕਸ਼ਨ ਹਾਊਸ ਦੇ ਅੰਦਰ ਡਿਪੈਂਡ ਕਰਦਾ ਹੈ, ਇਟ ਡਿਪੈਂਡਸ ਔਨ ਤੁਸੀਂ ਕਿਸ ਏਰੀਆ 'ਚ ਕੰਮ ਕਰਨਾ ਚਾਹੁੰਦੇ ਹੋ। ਕਈ ਲੋਕੀ ਸਿਰਫ ਫਿਲਮਾਂ ਬਣਾਉਣਾ ਚਾਹੁੰਦੇ ਨੇ, ਬਾਲੀਵੁੱਡ ਇਜ਼ देयर ਡ੍ਰੀਮ। ਕਈ ਲੋਕੀ ਕਰਨਾ ਚਾਹੁੰਦੇ ਨੇ ਕਿ ਨਹੀਂ, ਆਈ ਵਾਂਟ ਟੂ ਬੀ ਅ ਫੁੱਲ ਫਲੈਜਡ, ਆਈ ਵਾਂਟ ਟੂ ਡੂ ਕਾਰਪੋਰੇਟ ਆਲਸੋ, ਡਾਕੂਮੈਂਟਰੀ ਆਲਸੋ, 360 ਡਿਗਰੀ ਏਜੰਸੀ ਤੁਸੀਂ ਬਣਨਾ ਹੈ। ਅਸੀਂ ਇਵੈਂਟ ਵੀ ਕਰਦੇ ਹਾਂ, ਆਈਵ ਸਟਾਰਟਡ ਡੂਇੰਗ ਇਵੈਂਟਸ, ਇਨੀਸ਼ੀਅਲੀ ਇਵੈਂਟਸ ਵੀ ਕਰਦੀ ਸੀ ਮੈਂ, then in between ਬੰਦ ਕੀਤਾ। then I focused majorly on TV productions, ਦੂਰਦਰਸ਼ਨ ਲਈ 3-4 ਸੀਰੀਅਲ ਬਣਾਏ। ਮੰਟੋ ਤੇ ਉੱਤੇ ਹਸਨ ਮੰਟੋ, ਹਾਂ ਤਰਕਸ਼ੇ ਮੰਟੋ ਵਾਸ ਮਾਈ ਪ੍ਰੋਜੈਕਟ ਇਨ ਪਾਰਟਨਰਸ਼ਿਪ ਵਿਦ ਸੁਭਾਸ਼ ਘਈ ਜੀ ਸੇ ਮੁਕਤਾਜ ਦੇ ਨਾਲ ਅਸੀਂ ਉਹ ਕੀਤਾ। ਇਟ ਵਾਸ ਅ ਚੈਲੰਜਿੰਗ ਪ੍ਰੋਜੈਕਟ। ਪਤਾ ਕੀ ਹੁੰਦਾ ਮੇਰੇ ਲਈ ਤੇ ਐਵੇਂ ਕਿ ਸਾਨੂੰ ਕਿੰਨੀ ਲਿਮਿਟੇਸ਼ਨ ਦੇ ਵਿੱਚ ਅਸੀਂ ਕਿੰਨਾ ਸੋਹਣਾ ਪ੍ਰੋਜੈਕਟ ਕਰਕੇ ਨਿਕਲ ਰਹੇ ਹਾਂ, ਮੈਨੂੰ ਉਹ ਚੀਜ਼ ਚੰਗੀ ਲੱਗਦੀ ਹੈ। ਜਦ ਮੰਟੋ ਸੀਰੀਅਲ ਕੀਤਾ 13 ਐਪੀਸੋਡ, ਦੂਰਦਰਸ਼ਨ ਚੈਨਲ ਲਾਂਚ ਹੋਇਆ ਸੀਗਾ ਉਸ ਵੇਲੇ, ਡੀਡੀ ਉਰਦੂ। ਤੇ ਜਦ ਨਵਾਂ ਚੈਨਲ ਲਾਂਚ ਹੁੰਦਾ ਦੇ ਵਾਂਟ ਟੂ ਡੂ ਬਿਗ ਸ਼ੋਜ਼, ਤੇ ਉਸ ਵੇਲੇ ਦੂਰਦਰਸ਼ਨ ਦਾ ਸੀਗਾ ਕਿ ਅਸੀਂ ਐਮੀਨੈਂਟ ਫਿਲਮ ਮੇਕਰਸ ਕੋਲੋਂ ਸੀਰੀਅਲ ਬਣਵਾਵਾਂਗੇ ਜੀ। ਤੇ ਐਮੀਨੈਂਟ ਫਿਲਮ ਮੇਕਰਸ ਜਾਂ FTI ਪਾਸ ਆਊਟਸ ਤੇ ਦਿੱਲੀ ਦੇ ਜੋ ਪ੍ਰੋਡਿਊਸਰਸ ਹੂ ਆਰ not from the film institute, who do not have feature film in their profile, ਤੇ ਕਾਫੀ ਸਾਰੇ ਦਿੱਲੀ ਦੇ ਪ੍ਰੋਡਕਸ਼ਨ ਹਾਊਸਿਸ ਨੇ, ਜਿਵੇਂ ਪੁਰਾਣੇ ਪ੍ਰੋਡਕਸ਼ਨ ਹਾਊਸਿਸ ਨੇ, ਉਹਨਾਂ ਸਾਰਿਆਂ ਦਾ ਚਾਂਸ ਘੱਟ ਰਿਹਾ ਸੀਗਾ। ਤੇ ਇਟ ਹੈਪਨ ਦੈਟ ਮੈਂ ਇੱਕ ਐਕਵੀਜ਼ੀਸ਼ਨ ਪ੍ਰੋਗਰਾਮ ਦੇ ਲਈ ਸੁਭਾਸ਼ ਘਈ ਸਰ ਦਾ ਇੰਟਰਵਿਊ ਕੀਤਾ। ਤਾਂ ਜਨਰਲੀ ਆਊਟ ਆਫ ਕਿਊਰੀਓਸਿਟੀ ਮੈਂ ਸਜੈਸ਼ਨ ਕਈ ਵਾਰ ਬਿਨਾਂ ਮੰਗੇ ਵੀ ਕਿਸੇ ਨੂੰ ਦੇ ਦਿੰਦੀ ਹਾਂ ਸਾਹਮਣੇ, ਮੈਨੂੰ ਲੱਗੇਗਾ ਨਾ ਇਹ ਤੁਹਾਡੇ ਕੰਮ ਦੀ ਚੀਜ਼ ਹੈ, ਤੁਸੀਂ ਪੁੱਛੋਗੇ ਨਹੀਂ ਪੁੱਛੋਗੇ, ਮੈਂ ਆਪੇ ਤੁਹਾਨੂੰ ਐਡਵਾਈਸ ਦੇ ਦਿਆਂਗੀ। ਸੋ ਦਿਸ ਇਜ਼ ਹਾਊ ਇਟ ਹੈਪਨ। ਮੈਂ ਸੁਭਾਸ਼ ਘਈ ਜੀ ਦਾ ਇੰਟਰਵਿਊ ਕੀਤਾ ਸੀਗਾ ਆਪਣੇ ਇੱਕ ਸੀਰੀਅਲ ਦੇ ਲਈ, ਇੱਕ ਖਾਸ ਮੁਲਾਕਾਤ ਦੇ ਲਈ, ਦੂਰਦਰਸ਼ਨ ਲਈ ਬਣਾ ਰਹੀ ਸੀ। ਤਾਂ ਉਹਨਾਂ ਨੂੰ ਬੜੀ ਮੁਸ਼ਕਿਲ ਨਾਲ ਟਾਈਮ ਮਿਲ ਗਿਆ। ਉਹਨਾਂ ਨੇ ਮੈਨੂੰ ਟਾਈਮ ਦਿੱਤਾ, ਵਿਸਲਿੰਗ ਵੁੱਡਸ ਗਈ, ਉਹਨਾਂ ਦਾ ਹਾਫ ਐਨ ਆਵਰ ਦਾ ਇੰਟਰਵਿਊ ਕੀਤਾ। सो देन इंटरव्यू करते करते मेरे दिमाग में आइडिया आया, मैं क्या सर आपका इतना बड़ा इंस्टीट्यूट है, इतने सारे बच्चे आपके यहाँ से पढ़ के निकलते हैं, आई थिंक आपको दूरदर्शन वगैरह के लिए सीरियल्स बनाने चाहिए ताकि आपके बच्चों को भी एक प्लेटफॉर्म मिले। ऑफ कोर्स आप प्लेटफॉर्म देते हैं, पर आई थिंक आपको करना चाहिए। क्योंकि मुझे किसी ने बोला है कि मुजफ्फर अली साहब भी काफ़ी फिल्में दूरदर्शन या गवर्नमेंट की बनाते हैं। तो सर कहने लगे कि हम बॉम्बे बैठे हैं और दिल्ली में और गवर्नमेंट प्रोजेक्ट्स में इतना इजी नहीं है हम लोग के लिए इतना टू फ्रो करना, वी कैन हैंडल। तो कहने यू वांट टू डू इट, वी विल हेल्प यू, सपोर्ट यू। सो मैनू बैक ऑफ माइंड सीगा कि जो दूरदर्शन ने हुणे प्रोजेक्ट्स कड्डे ने ते सिर्फ एमिनेंट फिल्म मेकर्स लिए, तो मैं तां उन्हां नूं किहा सी, बट ही सेड नो यू डू इट, we'll help you, support you. So that is how it happened. मैं क्या सर बैनर तो आपका लगेगा, but I will do the leg work. Creativity हाँ, so उन्होंने guidelines कढ़ियां सी केड़े subjects ते करना है काम, ते सुभाष घई सर ने choose किया कि we'll do मंटो, ते मंटो दे stories करांगे। अच्छा, it's a long story but you have to listen to this। अच्छा, उस वेले सीगा कि 8-10 लाख पर एपिसोड देंगे चंगी तरह, I'm talking about 2007-8, ਤੇ 8-10 ਲੱਖ ਪਰ ਐਪੀਸੋਡ ਦਾ ਬਜਟ ਸੁਣਨ ਅੰਦਰ ਆਇਆ ਸੀਗਾ। ਤੇ ਅਸੀਂ ਵੀ ਜੋਰਾ ਸ਼ੋਰਾ ਨਾਲ ਲੱਗੇ, ਬਿਕੋਜ਼ ਕ੍ਰੀਏਟਿੰਗ ਅ ਪੀਰੀਅਡ ਡਰਾਮਾ ਤੁਹਾਨੂੰ ਬਜਟ ਚਾਹੀਦਾ ਹੁੰਦਾ ਹੈ, ਕਿਉਂਕਿ ਮੰਟੋ ਦੀ ਸਟੋਰੀਜ਼ ਪ੍ਰੀ ਇੰਡੀਪੈਂਡੈਂਸ ਹੈ, ਤੇ ਤੁਹਾਨੂੰ ਉਸ ਤਰ੍ਹਾਂ ਦੇ ਰੇਲਵੇ ਸਟੇਸ਼ਨ, ਉਸ ਤਰ੍ਹਾਂ ਦੀ ਸਟੋਰੀਜ਼ ਪੂਰੀ ਕ੍ਰੀਏਟ ਕਰਨ ਲਈ ਯੂ ਨੀਡ ਬਜਟ। ਚਲੋ ਜੀ। ਅੱਛਾ, ਮੀਨਵਾਈਲ ਕੀ ਹੋਇਆ, ਜੋ ਦਿੱਲੀ ਦੇ ਸਾਡੇ ਵਰਗੇ ਪ੍ਰੋਡਿਊਸਰਸ ਹੂ ਆਰ ਨਾਟ ਫਰੋਮ ਦੀ ਫਿਲਮ ਇੰਸਟੀਟਿਊਟ, ਹੂ ਹੈਵ ਨਾਟ ਮੇਡ ਫੀਚਰ ਫਿਲਮਸ ਐਂਡ ਆਲ, ਜੋ ਇਸ ਪੂਰੀ ਦੀ ਪੂਰੀ ਕੰਡੀਸ਼ਨ ਦੇ ਕਰਕੇ ਪਾਰਟਿਸਿਪੇਟ ਵੀ ਨਹੀਂ ਕਰ ਪਾ ਰਹੇ ਸੀ, ਸਾਰੇ ਧਰਨੇ ਤੇ ਬਹਿ ਗਏ। ਅੱਛਾ, ਧਰਨੇ ਤੇ ਬਹਿ ਗਏ ਬਈ ਸਾਨੂੰ ਵੀ ਬਿਜ਼ਨਸ ਚਾਹੀਦਾ, ਅਸੀਂ ਕਿੱਥੇ ਜਾਵਾਂਗੇ। ਫਿਰ ਗਵਰਨਮੈਂਟ ਨੇ ਡਿਸੀਜਨ ਲਿੱਤਾ ਕਿ ਸਾਰਿਆਂ ਨੂੰ ਆਪਣੇ ਆਈਡੀਆ ਪਿਚ ਕਰ ਲਓ, ਨਹੀਂ ਸਾਰਿਆਂ ਨੂੰ ਕੰਮ ਵੰਡ ਦਿਓ। ਠੀਕ ਹੈ। ਤੇ ਹੁਣ ਗਵਰਨਮੈਂਟ ਨੇ ਤੇ ਆਪਣੀ ਇੱਕ ਪਾਲਿਸੀ ਦੇ ਵਿੱਚ ਲੈਟਸ ਸੇ ਐਕਸ ਅਮਾਉਂਟ ਡਿਸਾਈਡ ਕੀਤਾ ਹੈ ਕਿ ਅਸੀਂ ਇਹ ਐਕਸ ਇੰਨੇ ਕਰੋੜ ਰੁਪਏ ਵੰਡਣੇ ਨੇ ਇਸ ਸਕੀਮ ਦੇ ਵਿੱਚ, ਤੇ ਉਹ ਐਮੀਨੈਂਟ ਫਿਲਮ ਮੇਕਰ 10 ਆਉਂਦੇ, 15 ਆਉਂਦੇ, 20 ਆਉਂਦੇ, ਲੈਟਸ ਸੇ 100 ਕਰੋੜ ਰੁਪਇਆ ਉਹਨਾਂ ਨੇ 20 ਪ੍ਰੋਡਿਊਸਰਸ ਵਿੱਚ ਵੰਡਣਾ ਸੀ। ਹੁਣ ਉਹ 100 50 ਪ੍ਰੋਡਿਊਸਰ ਵਿੱਚ ਵੰਡਿਆ ਗਿਆ। ਸਹੀ ਹੈ। ਤੇ ਉਹ ਇੱਕ ਬੰਦੇ ਕੋਲ ਜੋ ਬਜਟ ਆਉਣਾ ਸੀ ਉਹ ਘਟ ਗਿਆ, ਤੇ ਜੋ 8-10 ਲੱਖ ਪਰ ਐਪੀਸੋਡ ਐਕਸਪੈਕਟ ਕੀਤਾ ਜਾ ਰਿਹਾ ਸੀ ਕਿ ਇਹਨਾਂ ਤੇ ਬਜਟ ਮਿਲਣਾ ਚਾਹੀਦਾ ਕਿਉਂਕਿ ਪੀਰੀਅਡ ਡਰਾਮਾ ਬਣਨਾ ਹੈ, ਤੇ ਉਹ ਘਟਾ ਕੇ 3 ਲੱਖ ਪਰ ਐਪੀਸੋਡ ਤੇ ਆ ਗਿਆ ਸੀਗਾ।
ਫਿਰ ਤੁਸੀਂ ਉਹਦੇ ਵਿੱਚ ਹੀ ਬਣਾਇਆ? ਫਿਰ ਅਸੀਂ ਉਹਨੇ ਘੱਟ ਅਮਾਊਂਟ ਵਿੱਚ ਬਣਾਇਆ। ਸੋ ਮੈਂ ਪੂਰੇ ਦਾ ਪੂਰਾ EP ਬਣ ਕੇ ਪੂਰੇ ਦਾ ਪੂਰਾ ਅਸੀਂ ਵਿਦਿਨ ਦਿੱਲੀ ਰਹਿ ਕੇ ਅਸੀਂ 1947 ਦੀ ਲੋਕੇਸ਼ਨਸ ਲੱਭੀਆਂ। ਮੇਰੇ ਨਾਲ ਬਹੁਤ ਅੱਛੀ ਮੇਰੀ ਫਰੈਂਡ ਸੀ ਦੁਰਗਾ ਸ਼ਰਮਾ, ਸ਼ੀ ਇਜ਼ ਫਰੋਮ NSD, ਉਹਨਾਂ ਨੇ ਹੈਲਪ ਕੀਤੀ। ਆਈ ਮੀਨ ਥੀਏਟਰ ਵਾਲੇ ਬੰਦੇ ਕਮਾਲ ਹੁੰਦੇ ਨੇ। ਉਹਨੇ ਇਹ ਨਹੀਂ ਪੁੱਛਿਆ ਨਿਮੀ ਮੈਨੂੰ ਕਿੰਨੇ ਪੈਸੇ ਦੇਂਗੇ, ਸ਼ੀ ਸੈਡ ਨਿਮੀ ਲੈਟਸ ਡੂ ਇਟ। ਫਿਰ ਆਪਾਂ ਦਿੱਲੀ ਦੀ ਅਲੱਗ-ਅਲੱਗ ਮਾਰਕੀਟ ਤੇ ਜਾ ਕੇ ਅਸੀਂ ਚੀਜ਼ਾਂ ਕੱਢੀਆਂ। ਮੈਂ ਆਪਣੇ ਘਰੋਂ ਦੀ ਕਾਸਟਿਊਮਸ ਕੱਢੀਆਂ ਕੁੜੀਆਂ ਦੇ ਲਈ, ਪੁਰਾਣੇ ਟਾਈਮ ਦੀਆਂ। ਅਸੀਂ ਕਢਾ ਕੇ ਅਸੀਂ ਸੀਰੀਅਲ ਬਣਾਇਆ। ਤੇ ਅਨਵਰ ਜਮਾਲ ਸਰ ਹੁੰਦੇ ਸੀਗੇ ਉਸ ਵਕਤ ਚੈਨਲ ਦੇ ਕੰਸਲਟਿੰਗ ਹੈਡ। कहते निमी मैं देखूंगा तुम इतने कम पैसों में कैसे बनाओगी क्योंकि 95 के आसपास मैंने सिर्फ एक कहानी के लिए दूरदर्शन से 24-25 लाख मांगा था और तुम 8 कहानियां बनाओगी सिर्फ 39 लाख में। मैं देखना चाहूँगा कैसे बनेगा एंड आई एम सपोर्टिंग यू, बट मैं आपकी शूट पे आऊँगा। बाबा जी की मेहर हुई, मेरी टीम साडे नाल इन्नी सोहनी जुड़ी, दुर्गा, अतुल वगैरह। ਅਸੀਂ ਦਿੱਲੀ ਦੇ ਵਿੱਚ ਰਹਿ ਕੇ ਸਟ੍ਰੈਟਜੀ ਬਣਾ ਕੇ ਕਿ ਮੇਰੀ ਅਗਰ ਅਸੀਂ ਜਿੱਥੇ ਅਲਾਮਾ ਇਕਬਾਲ ਸਾਹਿਬ ਪੜ੍ਹੇ ਹੋਏ ਨੇ, ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ ਫਾਊਂਡਰ, ਪਹਾੜਗੰਜ ਦੇ ਕੋਲ ਇੱਕ ਸਕੂਲ ਹੈ ਐਂਗਲੋ ਅਰਬਿਕ ਸਕੂਲ, ਉੱਥੇ ਉਸ ਵੇਲੇ 7 ਚੱਕੇ ਫਿਲਮ ਦੀ ਸ਼ੂਟਿੰਗ ਹੋ ਰਹੀ ਸੀ। ਉਹ ਫਿਲਮ ਵਾਲਿਆਂ ਕੋਲੋਂ ਘੱਟ ਤੋਂ ਘੱਟ ਨਹੀਂ ਤੇ 1.5 ਲੱਖ ਰੁਪਇਆ ਪਰ ਡੇ ਲੈ ਰਹੇ ਸੀ। ਅਸੀਂ ਜਾ ਕੇ ਰਿਕੁਐਸਟ ਕੀਤੀ, ਅਸੀਂ ਕਿਹਾ ਅਸੀਂ ਨਹੀਂ ਦੇ ਸਕਦੇ ਨੇ ਪੈਸੇ ਕਿਉਂਕਿ ਸਾਡਾ ਬਜਟ ਨਹੀਂ ਹੈ, ਬਟ ਵੀ ਵਾਂਟ ਟੂ ਸ਼ੂਟ। ਅਸੀਂ ਬਾਰਟਰ ਡੀਲ ਕੀਤੀ। ਅਸੀਂ ਕਿਹਾ ਅਸੀਂ ਤੁਹਾਡੇ ਬੱਚਿਆਂ ਨੂੰ ਆ ਕੇ ਥੀਏਟਰ ਸਿਖਾ ਦਿਆਂਗੇ। ਦੇ ਵਰ ਵੈਰੀ ਹੈਪੀ। ਸੋ ਪ੍ਰੋਡਕਸ਼ਨ ਇਜ਼ ਪੈਸ਼ਨ। ਤੁਸੀਂ ਕਿੰਨੇ ਪੈਸ਼ਨੇਟ ਹੋ। ਪੈਸਾ ਨਹੀਂ ਮੈਟਰ। ਪ੍ਰੋਡਕਸ਼ਨ ਪੈਸੇ ਨਾਲ ਨਹੀਂ ਹੁੰਦੀ, ਪ੍ਰੋਡਕਸ਼ਨ ਪੈਸ਼ਨ ਨਾਲ ਹੁੰਦੀ ਹੈ। ਉਸ ਵੇਲੇ ਜਿੰਨੇ ਵੀ ਕੰਪਨੀਜ਼ ਨੂੰ ਕੰਮ ਮਿਲਿਆ ਸੀਗਾ ਆਲਮੋਸਟ, ਕਿਉਂਕਿ ਉਰਦੂ ਦੇ ਪ੍ਰੋਗਰਾਮਸ ਯੂਜੂਅਲੀ ਲਿਟਰੇਚਰ ਪ੍ਰੀ ਇੰਡੀਪੈਂਡੈਂਸ ਜਾਂਦਾ ਹੈ ਤੇ ਮੋਸਟਲੀ ਸਭ ਪ੍ਰੋਡਕਸ਼ਨ ਹਾਊਸਿਸ ਨੇ ਪ੍ਰੀ ਇੰਡੀਪੈਂਡੈਂਸ ਐਰਾ ਸ਼ੂਟ ਕੀਤੀ ਸੀ। ਤੁਸੀਂ ਸਵਿਚ ਬੋਰਡ ਨਹੀਂ ਦਿਖਾ ਸਕਦੇ ਇਹ ਵਾਲਾ, ਤੁਸੀਂ ਕੱਪ ਪਲੇਟਾਂ ਨਹੀਂ ਦਿਖਾ ਸਕਦੇ, ਤੁਸੀਂ ਅੱਜ ਦੇ ਕੱਪੜੇ ਨਹੀਂ ਪਾ ਸਕਦੇ। ਉਹ ਇੱਕ ਇੱਕ ਚੀਜ਼, ਇੱਕ ਇੱਕ ਬਿਲਡਿੰਗ। ਮੰਟੋ ਦਾ ਅਗਰ ਬਾਬੂ ਗੋਪੀਨਾਥ ਕੀਤਾ ਤੇ ਵਿੰਟੇਜ ਕਾਰ ਵੀ ਚਾਹੀਦੀ, ਆਪਾਂ ਵਿੰਟੇਜ ਕਾਰ ਵੀ ਵਿਖਾਈ। ਉਹ ਸਾਰੀਆਂ ਚੀਜ਼ਾਂ ਆਈਆਂ ਤੇ ਮੈਨੂੰ ਅਨਵਰ ਜਮਾਲ ਸਰ ਕਹਿ ਕੇ ਕਿ ਜਬ ਮੈਂ ਕभी ਫਿਲਮ ਬਣਾਉਂਗਾ ਯੂ ਵਿਲ ਬੀ ਮਾਈ EP। ਦੈਟ ਵਾਸ ਐਨ ਅਚੀਵਮੈਂਟ। ਅੱਛਾ, ਮੈਨੀਫੈਸਟ ਕਰਦੇ ਹੋ ਚੀਜ਼ਾਂ ਨੂੰ ਤੇ ਚੀਜ਼ਾਂ ਹੁੰਦੀਆਂ ਮੈਨੀਫੈਸਟ ਤੋਂ ਬਾਅਦ? ਮੈਨੀਫੈਸਟ ਨਹੀਂ, ਮੈਨੂੰ ਲੱਗਦਾ ਮੈਂ ਬਚਪਨ ਵਿੱਚ ਜੋ ਸੋਚਦੀ ਸੀ ਜਾਂ ਜੋ ਹੌਲੇ ਹੌਲੇ ਸੋਚਦੇ ਰਹਿੰਦੇ ਆ ਨਾ, ਆਈ ਥਿੰਕ ਮੈਨੀਫੈਸਟੇਸ਼ਨ ਹੁੰਦੀ ਹੋਏਗੀ। ਮੈਂ ਕਦੀ ਮੈਨੀਫੈਸਟ ਨਹੀਂ ਕੀਤਾ ਸੀ, ਮੇਰੀ ਲਾਈਫ ਵਿੱਚ ਹੋਇਆ। ਅੱਛਾ, ਹਾਂ। ਗੁਰਬਾਣੀ 'ਚ ਯਕੀਨ ਹੈਗਾ? ਹੈ। ਗੁਰਬਾਣੀ ਦੇ ਵਿੱਚ ਯਕੀਨ ਦਾ ਮਤਲਬ ਕਿ ਜੋ ਗੁਰਬਾਣੀ ਕਹਿੰਦੀ ਏ ਉਹ ਜ਼ਿੰਦਗੀ ਦੇ ਵਿੱਚ ਕਿ ਜ਼ਿੰਦਗੀ ਉਹੀ ਹੈ ਤੇ ਯੈਸ। ਸਹੀ ਹੈ। ਕੋਈ ਕਿੱਸਾ ਜਾਂ ਕੋਈ ਐਕਸਪੀਰੀਅੰਸ ਜਿਹੜਾ ਸੋਚ ਕੇ ਤੁਹਾਨੂੰ ਲੱਗਦਾ ਵੀ ਇਹ? ਦੇਖੋ ਗੁਰਬਾਣੀ, ਗੁਰੂ ਸਾਹਿਬ ਸਭ ਇਹੀ ਕਹਿੰਦੇ ਨੇ। ਗੁਰਬਾਣੀ ਕਹਿ ਲਓ, ਮੈਂ ਗੀਤਾ ਵੀ, ਮੈਂ ਕੁੰਭ ਤੇ ਵੀ ਫਿਲਮਾਂ ਬਣਾਈਆਂ, ਮੈਂ ਓਮਕਾਰੇਸ਼ਵਰ ਮੰਦਿਰ ਤੇ ਵੀ ਫਿਲਮ ਬਣਾਈ ਹੈ। ਸੋ ਮੈਂ ਆਈ ਥਿੰਕ everything comes down to one thing is your intention, your right intention। ਤੁਹਾਡੀ ਨੀਅਤ ਸਾਫ਼ ਹੈ, ਤੁਹਾਨੂੰ ਸਭ ਕੁਝ ਮਿਲਦਾ। ਤੁਸੀਂ ਅਗਰ ਆਪਣੀ ਨੀਅਤ, ਕਹਿੰਦੇ ਨੇ ਸੋਚ ਵੀ ਮਾੜੀ ਨਹੀਂ ਰੱਖਣੀ ਚਾਹੀਦੀ। ਕਰਮ ਤਾਂ ਬਾਅਦ ਦੀ ਗੱਲ ਹੈ, ਕਰਮ ਤਾਂ ਬਾਅਦ ਵਿੱਚ ਹੁੰਦਾ, ਪਹਿਲੇ ਸੋਚ ਆਉਂਦੀ ਹੈ। ਜੇ ਤੁਸੀਂ ਸੋਚ ਚੰਗੀ ਰੱਖਦੇ ਹੋ, ਜੇ ਤੁਸੀਂ ਬਿਨਾਂ ਸਵਾਰਥ ਦੇ ਅਗਰ ਇਹ ਸੋਚੇ ਬਿਨਾਂ ਕਿ what is in it for me, ਅਗਰ ਕਿਸੇ ਦੀ ਮਦਦ ਰੱਬ ਨੇ ਤੁਹਾਡੇ ਥਰੂ ਕਰਾਉਣੀ ਹੈ, ਮੈਂ ਨਹੀਂ ਕਹਿੰਦੀ ਮੈਂ ਕਰਨੀ ਜਾਂ ਤੁਸੀਂ ਕਰਨੀ, ਅਸੀਂ ਨਹੀਂ ਹੁੰਦੇ ਕਰਨ ਵਾਲੇ। ਗੋਡ ਮੇਕਸ ਅਸ, ਔਰ ਮੈਨੂੰ ਲੱਗਦਾ ਹੈ ਗੋਡ ਗਿਵਸ ਓਨਲੀ ਦੋਜ਼ ਪੀਪਲ ਹੂ ਕੈਨ ਗਿਵ ਇਟ ਬੈਕ ਟੂ ਦ ਸੋਸਾਇਟੀ। ਮਤਲਬ ਇਹ ਚੀਜ਼ ਹੈ, ਇਹ ਚੀਜ਼ ਜ਼ਰੂਰੀ ਹੈ, ਇਹੀ ਹੈ। We come from a very modest family. My dad was a ਗ੍ਰੈਜੂਏਟ। ਮੇਰੇ ਦਾਦਾ ਜੀ ਜਦ ਕਸੂਰ ਤੋਂ ਇੰਡੀਆ ਪਾਕਿਸਤਾਨ ਬਣਿਆ, ਜਦ ਇੱਥੇ ਆਏ, ਉਹਨਾਂ ਨੇ 1 ਰੁਪਏ ਦੀ ਜ਼ਮੀਨ ਕਲੇਮ ਨਹੀਂ ਕੀਤੀ। ਮਾਈ ਡੈਡ ਡਿਡਨਟ ਹੈਵ ਅ ਹਾਊਸ। ਮੇਰੇ ਮੈਂ ਸਭ ਤੋਂ ਛੋਟੀ ਹਾਂ, 5ਵੇਂ ਨੰਬਰ ਤੇ। ਵੀ ਆਰ 5 ਬ੍ਰਦਰ ਸਿਸਟਰਸ। ਆਈ ਥਿੰਕ ਆਫਟਰ 4 years of my birth he bought his first property, ਛੋਟੀ ਜੀ ਪਿਆਰੀ ਜੀ, ਤਿਲਕ ਨਗਰ, 80 square yards। and he worked hard ਕਿਉਂਕਿ ਪਾਰਟੀਸ਼ਨ ਤੋਂ ਬਾਅਦ ਕਾਫੀ ਉਜੜ ਕੇ ਲੋਕੀ ਇੱਥੇ ਆਏ ਨੇ। ਕੀ ਉਹਨਾਂ ਦਾ ਸਟਰਗਲ ਰਿਹਾ ਹੋਏਗਾ, ਬਟ ਉਹਨਾਂ ਨੇ ਸਾਨੂੰ ਅੱਛੀ ਪੜ੍ਹਾਈ ਦਿੱਤੀ, ਅੱਛੀ ਐਜੂਕੇਸ਼ਨ ਦਿੱਤੀ, ਅੱਛਾ ਵੈਲਿਊ ਸਿਸਟਮ ਦਿੱਤਾ।
ਸਾਨੂੰ ਇੰਨੀ ਫਰੀडम ਇੰਨੀ ਇੰਡੀਪੈਂਡੈਂਸ ਦਿੱਤੀ ਹੈ ਨਾ, ਮੈਨੂੰ ਨਹੀਂ ਲੱਗਦਾ ਕਦੇ ਕਿਸੇ ਨੂੰ ਮਿਲ ਸਕਦੀ ਹੈ। ਦੇ ਨੈਵਰ ਫੋਰਸ ਮੀ ਫॉर ਐਨੀਥਿੰਗ। ਉਹਨਾਂ ਨੇ 12ਵੀਂ ਤੋਂ ਬਾਅਦ ਕਿਹਾ, ਕਹਿੰਦੇ ਤੁਹਾਡੀ ਜ਼ਿੰਦਗੀ ਇਹ ਬਣਾਉਣੀ ਹੈ ਬਣਾ ਲੈਣਾ, ਉਜਾੜਨੀ ਉਜਾੜ ਲੈਣਾ। ਹੱਥ ਫੜ ਕੇ ਤੁਰਾਨ ਵਾਲੇ ਬੱਚੇ ਨਹੀਂ ਰਹੇ ਤੁਸੀਂ ਹੁਣ। ਸਹੀ ਹੈ। ਅੱਛਾ, ਫਿਲਮਾਂ ਬਣਾਉਣ ਵਾਲੇ ਹੋ ਤੁਸੀਂ, ਹੈ ਨਾ? ਤੇ ਫਿਲਮਾਂ ਬਣਾਉਣ ਵਾਲਿਆਂ ਨੂੰ ਜੇ ਮੈਂ ਪੁੱਛਾਂ ਵੀ ਤੁਸੀਂ ਕੁੰਭ ਤੇ ਬਣਾਈਆਂ, ਤੁਸੀਂ ਹਿੰਦੂਇਜ਼ਮ ਦੇ ਉੱਤੇ ਬਹੁਤ ਬਣਾਈਆਂ, ਸਿੱਖੀਜ਼ਮ ਕਿੱਦਾਂ ਦੇਖਦੇ ਆ ਕਿ ਫਿਲਮ ਬਣਾਉਣ ਵਾਲਾ, ਜੇ ਨਿਮੀ ਸਿੰਘ ਐਜ਼ ਅ ਫਿਲਮ ਮੇਕਰ ਇਕੱਲਾ ਐਨਾਲਿਸਿਸ ਕਰਦੀ ਆ, ਤੇ ਸਿੱਖੀਜ਼ਮ ਨੂੰ ਕਿੱਦਾਂ ਦੇਖਦੀ ਆ? ਦੇਖੋ, ਸਿੱਖੀਜ਼ਮ ਦੀ ਅਗਰ ਮੈਂ ਬਿਗਨਿੰਗ ਕਰਾਂ ਤੇ ਮੈਂ 2012 ਆਊਟ ਆਫ ਪਾਕਟ ਇੱਕ ਪ੍ਰੋਜੈਕਟ ਸ਼ੁਰੂ ਕੀਤਾ ਸੀਗਾ, ਜਿੱਥੇ ਐਸੇ ਗੁਰਦੁਆਰਾ ਸਾਹਿਬ ਜਿਨ੍ਹਾਂ ਨੂੰ ਕਦੀ ਕੈਪਚਰ ਨਹੀਂ ਕੀਤਾ ਸੀਗਾ। ਓਮਕਾਰੇਸ਼ਵਰ ਮੈਂ ਗੁਰਦੁਆਰਾ ਸਾਹਿਬ ਸ਼ੂਟਿੰਗ ਕਰਨ ਗਈ ਸੀ, ਐਂਡ ਦੈਟ ਟੂ ਹੈਪਨਡ ਵਾਈ ਆਈ ਸਟਾਰਟਡ ਸੀ ਪ੍ਰੋਫੈਸ਼ਨਲੀ। ਆਈ ਹੈਵ ਬੀਨ ਅ ਵੈਰੀ ਔਨ ਐਂਡ ਆਫ ਕਾਈਂਡ ਆਫ ਅ ਪਰਸਨ, ਬਿਕਾਜ਼ ਮਮ ਨੂੰ 2 ਵਾਰ ਕੈਂਸਰ ਹੋਇਆ, ਐਂਡ ਮੇਰੀ ਮੰਮਾ ਹਮੇਸ਼ਾ ਕਹਿੰਦੀ ਸੀ ਮੈਂ ਨਾ ਨਨਕਾਣਾ ਸਾਹਿਬ ਜਾਣਾ ਦਰਸ਼ਨ ਕਰਨ। ਉਹਨਾਂ ਦਾ ਪਾਸਪੋਰਟ ਵੀ ਨਹੀਂ ਸੀਗਾ। ਸੋ 2008-7 ਦੇ ਅਰਾਊਂਡ ਉਹਨਾਂ ਨੂੰ ਕੈਂਸਰ ਦੀ ਰੈਕਰੈਂਸ ਹੋਈ, ਐਂਡ ਦੈਟ ਵਾਜ਼ ਦ ਟਾਈਮ ਆਈ ਵਾਜ਼ ਡੂਇੰਗ ਪ੍ਰੀਟੀ ਵੈਲ। MH1 ਦੇ ਹੱਸਦੇ ਹਸਾਂਦੇ ਰਵੋ ਵਗੈਰਾ ਕਾਫੀ ਸ਼ੋਜ਼ ਕਰ ਰਹੀ ਸੀ। ਦੈਟ ਵਾਜ਼ ਦ ਟਾਈਮ ਮੈਨੂੰ ਬੰਬੇ ਤੋਂ ਬੜੀ ਕਾਲਸ ਆਉਂਦੀਆਂ ਸੀਗੀਆਂ, ਬਟ ਆਈ ਚੋਜ਼ ਟੂ ਬੀ ਸਟਿਕ ਅਰਾਊਂਡ ਦਿੱਲੀ, ਸਟਿਕ ਅਰਾਊਂਡ ਮੰਮਾ। ਅਤੇ ਮੰਮਾ ਕਹਿੰਦੇ ਕਿ ਮੇਰਾ ਮਨ ਹੈ ਨਨਕਾਣਾ ਸਾਹਿਬ ਜਾਣ ਦਾ। ਹੁਣ ਰੱਬੋਂ ਇੱਦਾਂ ਹੋਇਆ ਕਿ ਮੈਨੂੰ ਕੀ ਪਤਾ ਪਾਕਿਸਤਾਨ ਕਿਵੇਂ ਜਾਣਾ ਹੈ, ਔਰ ਇੰਡੀਆ ਪਾਕਿਸਤਾਨ ਦੇ ਰਿਲੇਸ਼ਨਸ਼ਿਪਸ ਤਾਂ ਇੱਦਾਂ ਨੇ। ਮੈਨੂੰ ਯਾਦ ਹੈ ਮੇਰਾ ਫਰੈਂਡ ਹੈਗਾ, ਉਹ ਮੋਸਟਲੀ ਦੇ ਆਰ ਇਨ US, ਕੈਨੇਡਾ, UK, तो मैंने कहते पाकिस्तान का वीज़ा लग गया ना, तुम्हारा अमेरिका का वीज़ा ज़िंदगी में नहीं लगेगा। पागल है तू, पागल है तू। मैं क्या, मेरी मम्मा को जाना है। सो मम्मा का पासपोर्ट बनवाया गया जल्दी जल्दी। दैन लकीली मैं दूरदर्शन ਦੇ ਲਈ ਇੱਕ ਸੀਰੀਅਲ ਬਣਾ ਰਹੀ ਸੀ, DD ਉਰਦੂ ਦੇ ਲਈ, ਇੱਕ ਖਾਸ ਮੁਲਾਕਾਤ, ਜਿਹਦੇ ਵਿੱਚ ਮੈਨੂੰ ਗੁਲਾਮ ਅਲੀ ਖਾਨ ਸਾਹਿਬ ਦਾ ਇੰਟਰਵਿਊ ਕਰਨ ਦਾ ਮੌਕਾ ਮਿਲਿਆ। ਅਮਜਦ ਸਾਬਰੀ ਬ੍ਰਦਰਸ ਦਾ ਬੇਟਾ, ਉਹਨਾਂ ਦਾ ਇੰਟਰਵਿਊ ਕੀਤਾ। ਤੇ ਜਦ ਮੰਮਾ ਨੇ ਕਿਹਾ ਕਿ ਮੈਂ ਜਾਣਾ ਹੈ, ਤੇ ਮੈਨੂੰ ਕੁਝ ਨਹੀਂ ਸੁਝਿਆ। ਮੇਰੇ ਕੋਲ ਕੰਟੈਕਟ ਸੀ, ਮੈਨੂੰ ਤੇ ਰੱਬੋਂ ਮੇਰੇ ਜ਼ਰੀਏ ਬਣੇ ਨੇ। ਆਈ ਹੈਡ ਨੋਬਡੀ ਟੂ ਗਾਈਡ ਮੀ ਇਨ ਦਿਸ ਫੀਲਡ, ਨੋ ਗਾਈਡੈਂਸ। ਮੈਨੂੰ ਇਹ ਨਹੀਂ ਪਤਾ ਸੀ ਥੀਏਟਰ ਕੀ ਹੈ। ਮੈਨੂੰ ਕੰਮ ਕਰਨ ਤੋਂ ਬਾਅਦ ਪਤਾ ਚੱਲਿਆ ਕਿ NSD ਕੋਈ ਚੀਜ਼ ਹੁੰਦੀ ਹੈ, ਉਹ ਵੀ ਹੁਣ 8-10 ਸਾਲ ਪਹਿਲਾਂ। ਅੱਛਾ, ਮੈਨੂੰ ਨਹੀਂ ਪਤਾ। ਅੱਛਾ, ਡੈਸਟਿਨੀ ਡਰਾਈਵ ਕਰਦੀ ਆ? ਡੈਸਟਿਨੀ, ਮੇਰੀ ਤਾਂ ਡੈਸਟਿਨੀ ਡਰਾਈਵ ਕੀਤੀ ਹੈ। ਸੋ ਅਮਜਦ ਸਾਬਰੀ ਨੂੰ ਮੈਂ फ़ोन ਕੀਤਾ, ਮੈਂ ਕਿਹਾ ਮਾਈ ਮਦਰ ਵਾਂਟਸ ਟੂ विजिट ननकाना साहब। तो उन्हें क्या, मैं एम्बेसडर को फ़ोन कर देता हूँ, अम्मी जी का वीज़ा लग जाएगा। मम्मा डिडंट हैव टू गो, आई थिंक शायद मैं गई हाँ, वीज़ा लग गया। मम्मा उत्थे असी गए हाँ। इनफैक्ट मैनू थोड़ा जिहा रिलेटिव्स, 1-2 ब्रदर वॉज का इकल्ले नहीं जाना। उस वेले उत्थे उन्हां दा पुलिस स्टेशन भी लाहौर दा उत्थे ब्लास्ट होया सीगा, टैररिज्म वगैरह काफ़ी कुछ सीगा। We went all alone, both of us। ਤਾਂ ਕੁਝ ਇੰਨਾ ਜ਼ਿਆਦਾ ਕੋਰੀਡੋਰਸ ਵਗੈਰਾ ਨਹੀਂ ਸੀ। I'm talking about 2008-9। ਅਸੀਂ ਦੋਵੇਂ ਸਿਰ 'ਤੇ ਚੁੰਨੀ, ਜਿਵੇਂ ਪਾਕਿਸਤਾਨ ਵਿੱਚ, ਬਿਕੋਜ਼ ਵੀ ਲੁੱਕ ਅਲਾਈਕ। ਮੈਂ ਕਿਹਾ ਕੋਈ ਗੱਲ ਨਹੀਂ, ਵੀਲ ਬੀ ਫਾਈਨ। ਸੋ ਵੈਨ ਆਈ ਵੈਂਟ ਦੇਅਰ, ਜਦ ਮੰਮੀ ਨਨਕਾਣਾ ਸਾਹਿਬ ਬੈਠੇ ਨਾ, ਸ਼ੀ ਕ੍ਰਾਈਡ ਲਾਈਕ ਅ ਲਿਟਲ ਬੇਬੀ। ਔਰ ਮੈਂ ਉਹਨਾਂ ਨੂੰ ਦੇਖਾਂ, ਉਹ ਬੱਚਿਆਂ ਦੀ ਤਰ੍ਹਾਂ ਰੋ ਪਏ, ਜਿਵੇਂ ਕੋਈ ਆਪਣੇ ਪਿਤਾ ਦੇ ਸਾਹਮਣੇ ਆ ਕੇ। ਮੇ ਬੀ ਉਹਨਾਂ ਨੇ 2 ਵਾਰੀ, ਸ਼ੀ ਹੈਡ ਗੋਨ ਥਰੂ ਕੈਂਸਰ ਟਵਾਈਸ। ਬਟ ਸ਼ੀ ਵਾਜ਼ ਅ ਬਰੇਵ ਪਰਸਨ। ਸ਼ੀ ਡਿਡਨਟ ਹੈਵ ਟੂ, ਮਤਲਬ ਇੱਕ ਦਿਨ ਵੀ ਉਹਨਾਂ ਨੂੰ ਅਸੀਂ ਬੈੱਡ 'ਤੇ ਨਹੀਂ ਪਏ ਵੇਖਿਆ। ਸ਼ੀ ਵਾਜ਼ ਸੱਚ ਅ ਸਟਰੋਂਗ ਪਰਸਨ। ਪਰ ਉਹ ਜਿਵੇਂ ਉਹਨਾਂ ਦੀ ਬਚਪਨ ਤੋਂ ਨਨਕਾਣਾ ਸਾਹਿਬ ਬਚਪਨ ਤੋਂ ਸੁਣਿਆ ਹੋਣਾ, ਫਿਰ ਵੰਡ ਪੈ ਗਈ ਅਤੇ ਉੱਥੇ ਰਹਿ ਗਿਆ। ਉਹਨਾਂ ਦਾ ਮਨ ਸੀਗਾ। ਅਸੀਂ ਇੱਕ ਹਫ਼ਤਾ ਸਾਰਾ ਗੁਰਦੁਆਰਾ ਸਾਹਿਬ ਦਰਸ਼ਨ ਕਰਕੇ ਆਏ, ਪਰ ਜੋ ਲੁੱਕ ਉਹਨਾਂ ਦੇ ਫੇਸ 'ਤੇ ਸੀ ਨਾ, ਵੈਨ ਆਈ ਕੇਮ ਬੈਕ ਆਈ ਰੀਅਲਾਈਜ਼ ਆਈ ਵਾਜ਼ ਬਲੈਸਡ, ਮਾਈ ਮਦਰ ਵਾਜ਼ ਲੱਕੀ ਕਿ ਅਸੀਂ ਜਾ ਪਾਏ। ਕਿੰਨੇ ਹੋਣਗੇ ਜਾ ਹੀ ਨਹੀਂ ਪਾਉਂਦੇ ਹੋਣਗੇ। Then after 2 years I decided I'll do a series on ਗੁਰਦੁਆਰਾਸ। ਅਤੇ ਮੈਨੂੰ ਲੱਕੀਲੀ ਇੱਕ CNEB ਚੈਨਲ ਆਇਆ ਸੀ ਥੋੜ੍ਹੇ ਟਾਈਮ ਵਾਸਤੇ, ਪੰਜਾਬੀ ਚੈਨਲ ਆਇਆ ਸੀਗਾ CNEB। ਉਹ ਵੀ ਰੱਬੋਂ ਸਬਬ ਬਣਿਆ। ਉਹ ਮੈਂ ਮਿਨਿਸਟਰੀ ਗਈ ਸੀ ਕੁਝ ਪ੍ਰੈਜੈਂਟੇਸ਼ਨ ਦੇਣ ਵਾਸਤੇ, ਅਤੇ ਜਿਨ੍ਹਾਂ ਦਾ ਚੈਨਲ ਸੀ ਹਰਮਿੰਦਰ ਸਿੰਘ ਸਰਾਂ ਕਰਕੇ ਨਾਂ ਸੀ ਉਹਨਾਂ ਦਾ। ਉਹਨਾਂ ਨੇ ਕਿਹਾ ਕਿ ਅਸੀਂ ਤੁਹਾਨੂੰ TV 'ਤੇ ਦੇਖਿਆ, ਅਸੀਂ ਵੀ ਪੰਜਾਬੀ ਚੈਨਲ ਲੈ ਕੇ ਆ ਰਹੇ ਹਾਂ, ਤੁਸੀਂ ਸਾਡੇ ਲਈ ਸ਼ੋਅ ਕਰੋ। ਮੈਂ ਕਿਹਾ ਜੀ ਮੈਨੂੰ ਨਹੀਂ ਪਤਾ, ਮੈਂ ਉਹ ਗਲੈਮਰਸ ਵਾਲੇ ਸ਼ੋਜ਼ 'ਤੇ ਮੈਂ ਉਹ ਵਾਲੇ ਇੰਨੇ ਜ਼ਿਆਦਾ ਨਹੀਂ, ਮੇਰਾ ਇੰਟਰਸਟ ਹੈ ਕਰਨ ਦਾ ਹੈ ਗੁਰਦੁਆਰਾ ਸਾਹਿਬ ਦਾ। ਜੇ ਤੁਸੀਂ ਕਰਦੇ ਹੋ, ਮੈਂ ਤਾਂ ਕਰ ਹੀ ਰਹੀ ਹਾਂ, ਤੁਸੀਂ ਆਪਣੇ ਚੈਨਲ 'ਤੇ ਵਿਖਾ ਦਿਓ। ਦੈਨ ਆਈ ਡਿਡ ਦੈਟ ਸ਼ੋ, ਜਿੱਥੇ ਬਾਬਾ ਪੈਰ ਧਰੇ। ਅਸੀਂ 16-18 ਐਪੀਸੋਡ ਕੀਤੇ। ਫਿਰ ਉਸ ਤੋਂ ਬਾਅਦ ਉਹਨਾਂ ਦੇ ਚੈਨਲ ਦੀ ਕੁਝ ਪ੍ਰੋਬਲਮ ਹੋਈ, ਬਟ ਦੈਟ ਵਾਜ਼ ਦੀ ਪਰਪਜ਼ ਕਿ
ਜਿਹੜੇ ਗੁਰਦੁਆਰਾ ਸਾਹਿਬ ਨੂੰ ਸ਼ੋਕੇਸ ਨਹੀਂ ਕੀਤਾ ਉਹ ਮੈਂ 2011-12 ਵਿੱਚ ਆਈ ਸਟਾਰਟਡ ਡੂਇੰਗ ਤੇ ਅਸੀਂ 26 ਐਪੀਸੋਡ ਕੀਤੇ ਸੋ ਦੈਟ ਇਜ਼ ਵਾਟ ਮਾਈ ਤੁਸੀਂ ਕਹਿ ਰਹੇ ਹੋ ਗੁਰਬਾਣੀ ਆਈ ਡੂ ਨਾਟ ਨੋ ਮੈਂ ਇੰਨਾ ਡੀਪ ਨਹੀਂ ਪੜ੍ਹੀ ਪਰ ਜਦ ਮੈਂ ਐਗਜ਼ੀਬਿਸ਼ਨਸ ਦੋ ਕੀਤੀਆਂ ਨੇ ਤੇ ਮੈਂ ਬੁੱਕਸ ਵਗੈਰਾ ਰੈਫਰ ਕੀਤੀਆਂ ਡਾਕਟਰ ਪਰਮਵੀਰ ਸਿੰਘ ਜੀ ਨੇ ਪਟਿਆਲਾ ਯੂਨੀਵਰਸਿਟੀ ਉਹਨਾਂ ਦੀ ਬੁੱਕ ਨੂੰ ਰੈਫਰ ਕਰਕੇ ਕੀਤਾ ਹੈ ਤੇ ਮੈਂ ਉਹਨਾਂ ਨੂੰ ਕਿਹਾ ਮੈਨੂੰ ਇੱਕ authentic book ਦਿਓ so that I can know more about our roots ਮੈਨੂੰ ਸਿੱਖੀ ਦੇ ਬਾਰੇ ਹੋਰ ਜ਼ਿਆਦਾ ਪਤਾ ਚੱਲੇ ਤੇ ਉਹਨਾਂ ਨੇ ਸਿੱਖ ਐਨਸਾਈਕਲੋਪੀਡੀਆ ਰੈਫਰ ਕੀਤਾ ਕਿ I should read so I will start reading ਅਤੇ ਜਰਨੀ ਹੈ ਜਿੰਨਾ ਡੀਪ ਜਾਵਾਂਗੇ ਉਨਾ ਚੰਗਾ ਸਹੀ ਹੈ ਅੱਛਾ ਹੋਰ ਕੀ ਕਿਹੜੇ ਡ੍ਰੀਮ ਪ੍ਰੋਜੈਕਟ ਆ ਮਤਲਬ ਕਿਹੜੀਆਂ ਮਤਲਬ ਕਰਨਾ ਚਾਹੁੰਦੇ ਹੋ ਮੈਂ I'll tell you ਡ੍ਰੀਮ ਪ੍ਰੋਜੈਕਟ ਤੇ ਮੈਨੂੰ ਨਾ ਮੇਰੇ ਦਿਮਾਗ ਅੰਦਰ ਨਾ ਥੋੜੇ ਡਿਫਰੈਂਟ ਜਿਹੇ ਸ਼ਫਲ ਹੁੰਦੇ ਰਹਿੰਦੇ ਆ ਨਹੀਂ ਸ਼ਫਲ ਨਹੀਂ ਹੁੰਦੇ ਮੇਰੀ ਕਨਵਿਕਸ਼ਨ ਹੁੰਦੀ ਹੈ ਸਮਥਿੰਗ ਵਿਚ ਹੈਜ਼ ਨੈਵਰ ਹੈਪਨਡ ਉਹ ਕਰਨਾ ਚਾਹੀਦਾ I do not know whether I should say this here ਅਸੀਂ 2007-8 ਵਿੱਚ ਸਪੋਰਟਸ ਦਾ ਟੈਲੈਂਟ ਹੰਟ ਕਨਸੈਪਚੁਅਲਾਈਜ਼ ਕੀਤਾ ਸੀਗਾ ਜਦ ਆਵਾਜ਼ ਪੰਜਾਬ ਦੀ ਆਂਦਾ ਸੀਗਾ ਜਾਂ ਇੰਡੀਅਨ ਆਈਡਲ ਹੋਇਆ ਜਾਂ ਕਾਮੇਡੀ ਲਾਫਟਰ ਚੈਲੰਜ ਹੋਇਆ at that time I conceptualized ਕਿ ਸਪੋਰਟਸ ਦਾ ਟੈਲੈਂਟ ਹੰਟ ਹੋਣਾ ਚਾਹੀਦਾ ਹੈ ਉਹ ਮੈਂ 3-4 ਸਾਲ ਲੈ ਕੇ ਮਿਨਿਸਟਰੀਜ਼ ਇੱਥੇ ਉੱਥੇ ਗਈ ਐਂਡ ਟਾਕਿੰਗ ਅਬਾਊਟ 20 almost 18-20 years back 18-20 18-20 ਸਾਲ ਪਹਿਲੇ ਅਸੀਂ ਉਹਨੂੰ ਟਾਈਟਲ ਦਿੱਤਾ ਸੀ ਦ ਯੰਗ ਕਾਮਨਵੈਲਥ ਦੂਰਦਰਸ਼ਨ ਪਿਚ ਵੀ ਕੀਤਾ ਸੀ ਮੇਰੇ ਕੋਲ ਅੱਜ ਤੱਕ ਉਹਦੀ ਚਿੱਠੀ ਪਈ ਹੈ दूरदर्शन का जवाब आया कि नहीं ये तो बहुत बड़ा प्रोजेक्ट है इट्स अ मैमथ प्रोजेक्ट वी कैन डू इट फिर मैंने किसी फ्रेंड ने सजेस्ट किया कि नवोदय विद्यालय में दिखाओ उनके 650 स्कूल हैं वहाँ पे करो सो आई यूज टू स्पेंड माई टाइम एग्जीक्यूटिंग ब्रिंगिंग दोज प्रोजेक्ट्स टू लाइफ कि जो नहीं होया और जो ज़रूरत है ਤੇ ਮੈਂ ਫਿਰ ਨਵੋਦय ਵਿਦਿਆਲੇ ਦੇ ਕਮਿਸ਼ਨਰ ਹੁੰਦੇ ਸੀ ਮਿਸਟਰ ਮਨੋਜ ਸਿੰਘ ਉਹਨਾਂ ਨੂੰ ਮੈਂ ਦਿੱਤਾ ਪ੍ਰੋਜੈਕਟ ਕੀ ਹੈ ਕਰਨਾ ਹੈ ਤੇ ਉਹ ਕਹਿੰਦੇ ਹਾਂ ਠੀਕ ਹੈ ਕਰਾਂਗੇ ਪੂਰਾ ਡੀਟੇਲ ਪ੍ਰੋਜੈਕਟ ਲਿਆਓ ਮੈਂ ਕਿਹਾ ਠੀਕ ਹੈ ਮੈਂ ਡੀਟੇਲ ਪ੍ਰੋਜੈਕਟ ਲੈ ਕੇ ਗਈ ਉਹ ਵਾਪਸ ਚਲੇ ਗਏ ਆਪਣੇ ਕਾਡਰ ਯੂਪੀ ਤੇ ਉਹ ਪ੍ਰੋਜੈਕਟ ਨਹੀਂ ਹੋਇਆ ਫਿਰ ਠੰਡੇ ਬਸਤੇ 'ਚ ਪੈ ਗਿਆ ਫਿਰ ਆਈ ਰਿਮੈਂਬਰ ਮੈਂ ਸਪੋਰਟਸ ਮਿਨਿਸਟਰ ਹੁੰਦੇ ਸੀ ਮਿਸਟਰ ਗਿੱਲ ਮੈਂ ਰੈਂਡਮਲੀ ਫੋਨ ਕਰਕੇ ਮਿਨਿਸਟਰੀ ਨੰਬਰ ਮੰਗਿਆ ਮੈਂ ਉੱਥੇ ਮਿਲਣ ਚਲੀ ਗਈ ਮੈਂ ਜਿਵੇਂ ਲੈਪਟਾਪ ਖੋਲ੍ਹਿਆ ਕਹਿੰਦੇ ਇਹ ਕੀ ਹੈ मैं क्या सर एक शो है आई थिंक दिस विल मेक आवर चांसेस इन ओलंपिक्स ब्राइटर साढ़े ज़्यादा ओलंपिक्स मैडल्स आएंगे स्पोर्ट्स का टैलेंट आंदे आई रिमेंबर उन्होंने कहा मेरी ना थोड़ी उम्र दियां कुड़ियां ने बेटा वी डोंट नीड मीडिया टू प्रमोट आवर स्पोर्ट्स उन्होंने मैनू मना करता I remember उन्होंने कोई I spoke to Lepcha was the secretary in the sports ministry I came back I mean I'm talking about 18 years back फिर मैं क्या नहीं है होना चाहिए then 2011-12 ਵਿੱਚ ਮੇਰੇ ਇੱਕ ਫਰੈਂਡ ਸੀਗੇ ਉਹ ਗੁਜਰਾਤ ਜਾ ਰਹੇ ਸੀ ਤੇ ਕਹਿੰਦੇ गुजरात में भी ये बड़े प्रोजेक्ट्स होते हैं ना गवर्नमेंट्स एकदम से नहीं करती हैं क्योंकि उनको भी चाहिए कि ये एक्सपेरिमेंट गवर्नमेंट अपने पैसे से एक्सपेरिमेंट नहीं करना चाहती है तो ये किसी एक स्टेट में एग्जीक्यूट हो जाएगा तो फिर पूरे इंडिया में या और स्टेट्स भी कॉपी कर लेती हैं इट इज़ ईजियर फॉर द गवर्नमेंट्स तो पिच करना मतलब एक ने कितना होंदा श्योर शॉट हो जाता ना ओके है तो दूजी स्टेट गवर्नमेंट भी फिर करेंगे then I said then what should I do then he said we are going to Gujarat हम वहाँ के चीफ मिनिस्टर को मिल रहे हैं तो आप उनको प्रेजेंटेशन दे देना अच्छा उन्होंने दिनों अंदर मैं गुरुद्वारा साहब ਦੇ ਪ੍ਰੋਜੈਕਟ ਕਰ ਰਹੀ ਸੀ ਇਹੀ ਦਿੱਲੀ ਦੇ ਉਹ ਵਾਲੇ ਨਾਲ ਚੱਲਦੇ ਪਏ ਸੀ ਤੇ ਮੇਰਾ ਥੋੜਾ ਲੁਕ ਵਾਰਮ ਜਿਹਾ ਸੀਗਾ ਲਿਖਾਂ ਨਾ ਲਿਖਾਂ ਬਣਿਆ ਤੇ ਹੋਇਆ ਸੀ ਫਿਰ ਇੱਕੋ ਦਮ ਤੁਸੀਂ ਇੰਡੀਆ ਲੈਵਲ ਦਾ ਬਣਾਇਆ ਫਿਰ ਤੁਸੀਂ ਉਹਨੂੰ ਇੱਕ ਸਟੇਟ ਲੈਵਲ ਦਾ ਬਣਾਉਣ ਅੰਦਰ ਥੋੜਾ ਜਿਹਾ ਰੀਰਾਈਟ ਕਰਨਾ ਪੈਂਦਾ ਪਰ ਮੈਂ ਕਿਹਾ ਚਲੋ ਠੀਕ ਹੈ ਫਿਰ ਆਈ ਸੈਡ ਠੀਕ ਹੈ ਮੈਨੂੰ ਯਾਦ ਹੈ ਜੁਲਾਈ 2012 ਸੀਗਾ he took us to meet Mr. Modi ਅੱਛਾ so I met Mr. Modi I gave one line idea मेरे फ्रेंड ने इंट्रोड्यूस किया ये निमी जी हैं स्पोर्ट्स पे कुछ करना चाहती हैं ऑल दैट ही वॉज सो पॉजिटिव ही हर्ड द आइडिया ही सेड बहुत अच्छा है आप पूरा प्रपोजल लेके आइएगा सो देन आई रोट द प्रपोजल आई शेयर्ड विद माई फ्रेंड्स जगत शाह एंड ऑल आई कुड नॉट गो बैक बिकॉज मॉम की तबीयत बहुत ख़राब हो गई सी एंड विद इन 3-4 months आई लॉस्ट माई मॉम सो मैं उन्होंने ईमेल ਤੇ ਸ਼ੇਅਰ ਕਰਤਾ ਸੀਗਾ ਮੈਨੂੰ ਖੇਲੋ ਇੰਡੀਆ ਦਾ ਪੂਰਾ ਮੈਂ ਹਾਲੇ ਤੱਕ ਪੂਰਾ ਡੀਟੇਲ ਕਨਸੈਪਟ ਨਹੀਂ ਦੇਖਿਆ ਬਟ ਆਈ ਥਿੰਕ ਇਟ ਇਜ਼ ਇਨਸਪਾਇਰਡ ਫਰਮ ਬਾਈ ਯੋਰ ਪ੍ਰੋਜੈਕਟ yeah which we thought yeah
Khelo India and all. So I felt very happy when he was very positive. He said, ठीक है, but उस वेले वो खेल महाकुंभ करते सीगे. So मैं क्या नहीं, this is not खेल महाकुंभ. It is much above. It has to become like a policy. It has to come as a policy. It will be 3-4 years, at least 4 to 6 साल तुसी करोगे, ता medal prospects ਵਧਣਗੇ. So then I never followed back because I थे फिर उस वेले सीगा कि लिख के ईमेल ते मैं जगत शाह was my friend जो ਉੱਥੇ ਲੈ ਕੇ ਗਏ ਸੀਗੇ. ਜਗਤ ਸ਼ਾਹ ਨੂੰ ਈਮੇਲ ਤੇ ਦੇਤਾ. ਇੱਕ ਸੈਵੀ ਸਪੋਰਟਸ ਇਨਫਰਾਸਟ੍ਰਕਚਰ ਵਾਲੇ ਹੁੰਦੇ ਸੀ, ਜਗਸ਼ੇਸ਼ ਸ਼ਾਹ ਜਾਂ ਪਤਾ ਨਹੀਂ ਕੀ ਨਾਂ ਸੀਗਾ. ਤੇ ਇਹਨਾਂ ਸਾਰਿਆਂ ਨੂੰ ਮੈਂ ਈਮੇਲ ਤੇ ਪੂਰਾ ਕਨਸੈਪਟ ਸਮਝਾਇਆ ਕਿ this is how we want to do, this is how we'll do it. But then I lost mom. I met with the major road accident. फिर I think Modi ji was into the election. 13 ਵਿੱਚ election ਹੋ ਗਏ, 14. फिर उस तो बाद आई थिंक पोस्ट माई एक्सीडेंट ऑल्सो आई वॉज फिर मंटो शुरू हो गया सीगा. ਅੱਛਾ ਉਹ ਮੰਟੋ ਸ਼ੁਰੂ ਹੋ ਗਿਆ ਨਾਲ ਨਾਲ ਹੀ. ਫਿਰ ਮੰਟੋ ਸ਼ੁਰੂ ਹੋਇਆ ਕਿਉਂਕਿ ਪਿਚ ਤੇ ਹੋਇਆ ਸੀ 9-10 ਨੀਚੇ, ਪਰ ਫਿਰ 12 ਮਿਡ ਜਾਂ 13 ਨੀਚੇ ਹੋਇਆ ਤੇ ਫਿਰ ਉਹ ਪੂਰਾ ਐਗਜ਼ੀਕਿਊਟ ਕਰਕੇ ਫਿਰ ਇੱਕ ਤੋਂ ਬਾਅਦ ਇੱਕ ਦੀ ਫਿਰ ਬੇਟੀ ਬਚਾਓ ਬੇਟੀ ਪੜ੍ਹਾਓ ਦੀ ਲਾਂਚ ਫਿਲਮਸ ਬਣਾਈਆਂ. then Rakhi Gadi that went to China Sichuan TV festival ਦੇ ਵਿੱਚ select ਹੋਈ. so ਇਸ ਤਰ੍ਹਾਂ ਛੋਟ ਕੁਛ ਚੱਲਦਾ ਰਿਹਾ. ਸਹੀ ਹੈ, ਬਹੁਤ ਇੰਟਰਸਟਿੰਗ ਸਟੋਰੀ ਹੈ ਵੈਸੇ ਤੁਹਾਡੀ. ਅੱਛਾ ਇੱਕ ਪੀਸ ਆਫ ਐਡਵਾਈਸ ਜਾਂਦੇ ਜਾਂਦੇ ਜਿਹੜਾ ਦੇਣਾ ਚਾਹੋ ਸਪੈਸ਼ਲੀ ਗਰਲਸ ਨੂੰ. ਗਰਲਸ ਨੂੰ ਓਕੇ ਐਡਵਾਈਸ ਮੈਂ ਕੀ ਦੇਵਾਂ. ਮੈਨੂੰ ਤੇ ਐਵੇਂ ਲਿਸਨ ਟੂ ਯੂਰ ਹਾਰਟ. ਔਰ ਮੈਨੂੰ ਲੱਗਦਾ ਹੈ I do not know whether I should say this or not, but I still want to say it. ਮੈਂ ਅੱਜ ਕੱਲ੍ਹ ਮੈਨੂੰ ਜੋ ਸਭ ਤੋਂ ਬੁਰੀ ਗੱਲ ਲੱਗਦੀ ਹੈ, I've been in media, people thought that the smoking and drinking is like a cool thing. I think I should not say this, I do not know. ਨਹੀਂ ਕਹਿ ਸਕਦੇ ਹੋ. People would mostly, I go to Bombay and all, people would ask me, oh, do you smoke and all, you're in media and all. So ਕਈ ਵਾਰੀ ਮੈਂ ਕੁੜੀਆਂ ਨੂੰ ਦੇਖਿਆ under compulsion just to appear cool ਉਹ ਹੱਥ 'ਚ ਸਿਗਰਟ ਫੜ ਲੈਣਗੀਆਂ. It will not suit your body, it will not suit their body biologically, it will not suit them. But ਦਿਖਾਵੇ ਅੰਦਰ ਨਹੀਂ ਰਹਿਣਾ ਚਾਹੀਦਾ. I believe ਉਹ ਸਭ ਚੀਜ਼ਾਂ ਹਟ ਕੇ ਅਗਰ ਤੁਸੀਂ ਇਸ ਫੀਲਡ ਦੇ ਅੰਦਰ ਹੋ, ਯੂ ਸ਼ੁਡ ਲਿਸਨ ਟੂ ਯੋਰ ਆਈਡੀਆਜ਼. ਅਗਰ ਆ ਜਾਂਦੇ ਨੇ, ਯੂ ਟਰਾਈ ਟੂ ਫੋਲੋ them, execute them. Depends for what you are working, whether you're working for money or whether you want to see what you imagine, whether it's possible or not. So if that thing can happen, I think that's what it is. ਬਾਕੀ ਜੋ ਤੁਸੀਂ ਗੱਲ ਕਹੀ ਸੀ, if you don't want, then people will not eye on you. But yes, things are little bad. One has to be safe, one has to be alert and aware. That's what it is. And practically for women, life is little demanding because ਤੁਸੀਂ ਘਰ ਵੀ ਵੇਖਣਾ ਔਰ professionally ਅਗਰ ਆਪਣੇ ਆਪ ਨੂੰ strong ਕਰ ਲੈਂਦੇ ਹੋ, so there is no looking back. ਸਹੀ ਹੈ. ਨਿਮੀ ਸਿੰਘ ਜੀ, ਗੱਲ ਕਰਕੇ ਬਹੁਤ ਚੰਗਾ ਲੱਗਿਆ. ਮਤਲਬ ਮੈਨੂੰ ਲੱਗਦਾ ਇੱਕ ਹੀ ਜਰਨੀ ਹੈ ਜਿਹੜੀ ਕਿ ਹੌਲੀ ਹੌਲੀ ਚੱਲਦੀ ਹੈ ਔਰ ਤੁਸੀਂ ਸੈਟੀਸਫਾਈ ਹੋ ਤਾਂ ਸਭ ਕੁਝ ਸੈਟੀਸਫਾਈ ਹੈ. Absolutely, ਜੀ ਜੀ. ਬਹੁਤ ਸ਼ੁਕਰੀਆ ਸਾਡੇ ਨਾਲ ਗੱਲਬਾਤ ਕਰਨ ਲਈ. ਸਤਿ ਸ਼੍ਰੀ ਅਕਾਲ. ਸਤਿ ਸ਼੍ਰੀ ਅਕਾਲ ਜੀ.